ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਸਾਰੇ ਮਾਈ ਭਾਈ ਮਿਲ ਕੇ ਭਗਤ ਕਬੀਰ ਜੀ ਦੇ ਸ਼ਲੋਕਾਂ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਅੱਜ ਅਸੀਂ 152 ਨੰਬਰ ਸ਼ਲੋਕ ਦੀ ਵਿਚਾਰ ਆਰੰਭ ਕਰਾਂਗੇ। ਇਹ ਪਾਵਨ ਸ਼ਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1372 ਤੇ ਅੰਕਿਤ ਹੈ। ਕਬੀਰ ਗੰਗ ਜਮੁਨ ਕੇ ਅੰਤਰੇ ਸਹਿਜ ਸੁਨ ਕੇ ਕਾਟ, ਤਹਾਂ ਕਬੀਰੈ ਮਟ ਕੀਆ ਖੋਜਤ ਮੁਨ ਜਨ ਬਾਟ। ਇੱਕ ਤਾਂ ਜਮਨ ਨਹੀਂ ਪੜਨਾ, ਇਸ ਨੂੰ ਜਮੁਨ ਪੜਨਾ ਹੈ ਕਿਉਂਕਿ ਮੰਮੇ ਥੱਲੇ ਔਂਕੜ ਹੈ। ਇਸ ਤੇ ਵਿਸ਼ਰਾਮ ਇਸ ਤਰ੍ਹਾਂ ਹੋਣਗੇ, ਕਬੀਰ ਗੰਗ ਜਮੁਨ ਕੇ ਅੰਤਰੇ ਸਹਿਜ ਸੁਨ ਕੇ ਕਾਟ। ਤਹਾਂ ਕਬੀਰੈ, ਇਹਨੂੰ ਤਹਾਂ ਨਹੀਂ ਪੜਨਾ, ਬਿੰਦੀ ਲਾ ਕੇ ਤਹਾਂ। ਕਬੀਰੇ ਨਹੀਂ ਪੜਨਾ, ਦੁਲਾਵਾਂ ਨੇ ਕਬੀਰੈ। ਹੁਣ ਇਸ ਸ਼ਲੋਕ ਦੇ ਅਰਥ ਕਰਨ ਵਿੱਚ ਵਿਦਵਾਨ ਪੁਰਸ਼ਾਂ ਦੇ ਕਈ ਸਾਰੇ ਮਤਭੇਦ ਨੇ। ਬਹੁਤ ਸਾਰੇ ਵਿਦਵਾਨਾਂ ਨੇ ਆਪਣੇ ਆਪਣੇ ਹਿਸਾਬ ਦੇ ਨਾਲ ਇਹਨਾਂ ਸ਼ਲੋਕਾਂ ਦੇ ਜਿਹੜੇ ਅਰਥ ਨੇ ਉਹ ਕੀਤੇ ਨੇ, ਲੇਕਿਨ ਇੱਥੇ ਆਮ ਕਰਕੇ ਗੰਗ ਜਮੁਨ ਜਿਹੜਾ ਹੈ ਉਹ ਈੜਾ ਔਰ ਪਿੰਗਲਾ ਨੂੰ ਲੈ ਲਿਆ ਹੈ, ਸੱਜੀ ਔਰ ਖੱਬੀ ਜਿਹੜੀ ਨਾਸ ਹੈ। ਔਰ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਭਗਤ ਕਬੀਰ ਜੀ ਸਾਨੂੰ ਯੋਗਾ ਦੀ ਗੱਲ ਕਰ ਰਹੇ ਹੋਣ, ਲੇਕਿਨ ਅਸਲ ਦੇ ਵਿੱਚ ਐਸਾ ਨਹੀਂ ਹੈ। ਇੱਥੇ ਗੰਗ ਜਮੁਨ ਦਾ ਮਤਲਬ ਈੜਾ ਔਰ ਪਿੰਗਲਾ ਨਹੀਂ ਹੈ। ਗੰਗ ਜਮੁਨ ਕੇ ਅੰਤਰੇ ਦਾ ਮਤਲਬ ਹੈਗਾ ਗੰਗਾ ਜਮੁਨਾ ਔਰ ਸਰਸਵਤੀ ਦੇ ਮੇਲ ਵਿੱਚ, ਜਿੱਥੇ ਗੰਗਾ ਔਰ ਜਮੁਨਾ ਸਰਸਵਤੀ ਆਦਿਕ ਨਦੀਆਂ ਮਿਲਦੀਆਂ ਨੇ। ਸਹਿਜ ਦਾ ਮਤਲਬ ਅਡੋਲ ਅਵਸਥਾ, ਮਨ ਦੀ ਉਹ ਹਾਲਾਤ ਜਦੋਂ ਇਹ ਮਾਇਆ ਵਿੱਚ ਡੋਲਦਾ ਨਹੀਂ। ਸਹਿਜ ਦਾ ਮਤਲਬ ਮਨ, ਬਚਨ ਔਰ ਕਰਮ ਦੀ ਇਕਸਾਰਤਾ। ਜਦੋਂ ਅਸੀਂ ਪਿਛਲੇ ਸ਼ਲੋਕਾਂ ਨੂੰ ਪੜਾਂਗੇ, ਊਚ ਪਵਨ ਕਨ ਕਾਮਨੀ ਸ਼ਿਖਰ ਤਜਾ ਫੇਰਾਹੇ, ਯਾਨੀ ਜਦੋਂ ਇਹਨਾਂ ਚੀਜ਼ਾਂ ਦੇ ਵਿੱਚ ਮਨ ਜਿਹੜਾ ਹੈ ਡੋਲਦਾ ਨਹੀਂ ਹੈ, ਉਹਨੂੰ ਸਹਿਜ ਸੁੰਨ ਕਹਿ ਰਹੇ ਨੇ। ਤੇ ਸੁੰਨ ਦਾ ਮਤਲਬ ਹੈ ਸੁੰਨ, ਉਹ ਅਵਸਥਾ, ਮਨ ਦੀ ਉਹ ਸਟੇਜ ਜਿੱਥੇ ਵਿਕਾਰਾਂ ਵਾਲੇ ਫੁਰਨੇ ਨਹੀਂ ਪੈਦਾ ਹੁੰਦੇ। ਈਰਖਾ, ਦਵੈਸ਼, ਵੈਰ ਵਿਰੋਧ ਆਦਿਕ ਜਿੱਥੇ ਫੁਰਨੇ ਪੈਦਾ ਨਹੀਂ ਹੁੰਦੇ। ਘਾਟ ਦਾ ਮਤਲਬ ਹੈ ਪਤਨ। ਤਾਂ ਕਬੀਰ ਜੀ ਕਹਿ ਰਹੇ ਨੇ ਕਿ ਜਿਉਂ-ਜਿਉਂ ਮੈਂ ਪਰਵਤਗਾਰ ਨੂੰ ਜਪਿਆ ਔਰ ਰੋੜਾ ਹੋਏ ਰਹੋ ਬਾਟ ਕਾ ਤਜ ਮਨ ਕਾ ਅਭਿਮਾਨ। ਇਹ ਪਿਛਲੇ ਸ਼ਲੋਕ ਅਸੀਂ ਸਾਰੇ ਵਿਚਾਰ ਰਹੇ ਹਾਂ। ਜਿਵੇਂ ਮੈਂ ਆਪਣੇ ਹੰਕਾਰ ਨੂੰ ਖਤਮ ਕੀਤਾ ਔਰ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜਦੋਂ ਮੇਰੇ ਮਨ ਦੀ ਅਵਸਥਾ ਇਹੋ ਜਿਹੀ ਬਣੀ ਤਾਂ ਕਬੀਰ ਜੀ ਕਹਿੰਦੇ ਨੇ ਮੈਂ ਮਨ ਦੇ ਉਸ ਪੱਤਨ ਤੇ ਟਿਕਾਣਾ ਕੀਤਾ ਜਿੱਥੇ ਸਹਿਜ ਅਵਸਥਾ ਹੈ, ਜਿੱਥੇ ਮਨ, ਬਚਨ ਔਰ ਕਰਮ ਦੀ ਇਕਸਾਰਤਾ ਹੈ, ਜਿੱਥੇ ਸੋਚ ਵਿੱਚ ਵੀ ਸੱਚ ਹੈ, ਬੋਲਾਂ ਵਿੱਚ ਵੀ ਸੱਚ ਹੈ ਔਰ ਬਿਹੇਵੀਅਰ ਦੇ ਅੰਦਰ ਵੀ ਸੱਚ ਹੈ। ਜਿੱਥੇ ਸੁੰਨ ਹੈ, ਸੁੰਨ ਦਾ ਮਤਲਬ ਨੌਨ ਬੀਇੰਗ ਦੀ ਅਵਸਥਾ ਨਹੀਂ ਹੈ। ਸੁੰਨ ਦਾ ਮਤਲਬ ਹੈ ਜਿੱਥੇ ਵਿਕਾਰਾਂ ਦਾ ਕੋਈ ਫੁਰਨਾ ਨਹੀਂ ਫੁਰਦਾ, ਜਿੱਥੇ ਮਾਨੋ ਗੰਗਾ ਜਮਨਾ ਦਾ ਪਾਣੀਆਂ ਦਾ ਮਿਲਾਪ ਹੈ। ਹੁਣ ਇਹ ਚੀਜ਼ ਨੂੰ ਥੋੜਾ ਜਿਹਾ ਸਮਝ ਲੈਣਾ। ਇੱਥੇ ਮਿਲਾਪ ਦੀ ਗੱਲ ਕਰਦੇ ਨੇ ਕਿਉਂਕਿ ਬਹੁਤ ਸਾਰੇ ਵੀਰ ਜਿਹੜੇ ਨੇ, ਹਿੰਦੂ ਵੀਰ, ਗੰਗਾ ਜਮਨਾ ਔਰ ਸਰਸਵਤੀ ਜਿੱਥੇ ਪ੍ਰਯਾਗ ਦੇ ਉੱਤੇ ਮਿਲਦੇ ਨੇ, ਉੱਥੇ ਜਾ ਕੇ ਇਸ਼ਨਾਨ ਕਰਨ ਨੂੰ ਬਹੁਤ ਪਵਿੱਤਰ ਸਮਝਦੇ ਨੇ। ਤਾਂ ਕਬੀਰ ਜੀ ਕਹਿੰਦੇ ਨੇ ਮੇਰੇ ਵਾਸਤੇ ਸਹਿਜ ਹੀ ਉਹ ਗੰਗਾ ਔਰ ਜਮਨਾ ਦਾ ਮਿਲਾਪ ਹੈ, ਸਹਿਜ ਅਵਸਥਾ। ਮੈਂ ਉੱਥੇ ਟਿਕਾਣਾ ਕੀਤਾ ਹੋਇਆ ਹੈ। ਮੈਨੂੰ ਤੀਰਥਾਂ ਦੇ ਉੱਤੇ ਭਟਕਣ ਦੀ ਜ਼ਰੂਰਤ ਨਹੀਂ, ਮੈਨੂੰ ਈੜਾ ਪਿੰਗਲਾ ਆਦਿਕ ਸਾਧਨ ਦੀ ਜ਼ਰੂਰਤ ਨਹੀਂ ਹੈ, ਮੈਨੂੰ ਦਸਮ ਦੁਆਰ ਵਿੱਚ ਪ੍ਰਾਣ ਚੜਾਉਣ ਦੀ ਲੋੜ ਨਹੀਂ। ਬਹੁਤ ਸਾਰੇ ਵਿਦਵਾਨਾਂ ਨੇ ਗੰਗ ਜਮਨ ਨੂੰ ਈੜਾ ਔਰ ਪਿੰਗਲਾ, ਸੱਜੀ ਔਰ ਖੱਬੀ ਨਾਸ ਕਰਕੇ ਅਰਥ ਕੀਤਾ ਹੈ, ਪਰ ਗੁਆਣੀ ਦੇ ਅੰਦਰ ਇਹਨਾਂ ਚੀਜ਼ਾਂ ਨੂੰ ਅਵਗਣ ਦੱਸਿਆ ਹੈ। ਈੜਾ ਪਿੰਗਲਾ ਸੁਖਮਨ ਬੰਦੇ ਇਹ ਅਵਗਣ ਕਤ ਜਾਹੀ, ਕਿ ਜਦੋਂ ਬੰਦਾ ਪ੍ਰਭੂ ਦੇ ਅੰਦਰ ਅਭੇਦ ਹੋ ਜਾਂਦਾ ਹੈ, ਸੱਚ ਦੇ ਅੰਦਰ ਜੁੜ ਜਾਂਦਾ ਹੈ, ਤਾਂ ਈੜਾ ਪਿੰਗਲਾ ਸੁਖਮਨਾ ਵਾਲੇ ਔਗਣ ਜਿਹੜੇ ਨੇ, ਕੋਝੇ ਕਰਮ ਪਤਾ ਨਹੀਂ ਕਿੱਧਰ ਚਲੇ ਜਾਂਦੇ ਨੇ, ਇਹਨਾਂ ਦੇ ਨਾਲ ਕੋਈ ਸੰਬੰਧ ਨਹੀਂ ਰਹਿੰਦਾ।
ਆਮ ਲੋਕ ਇਹ ਕਹਿੰਦੇ ਨੇ ਵੀ ਦਸਮ ਦੁਆਰ ਵਿੱਚ ਪ੍ਰਾਣ ਚੜਾਓਗੇ ਤਾਂ ਤੁਹਾਨੂੰ ਰੱਬ ਮਿਲੇਗਾ, ਦਸਮ ਦੁਆਰ ਵਿੱਚ ਪ੍ਰਾਣ ਚੜਾਓਗੇ ਤਾਂ ਤੁਹਾਡੀ ਉੱਚੀ ਅਵਸਥਾ ਹੋਵੇਗੀ। ਪਰ ਗੁਰਬਾਣੀ ਨੇ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ ਹੈ। ਯੋਗੀਆਂ ਵਾਲੇ ਦਸਮ ਦੁਆਰ ਨੂੰ ਗੁਰਮਤ ਮਾਨਤਾ ਨਹੀਂ ਦਿੰਦੀ। ਜਿਵੇਂ ਆਪਾਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ, ਦਸਮ ਦੁਆਰ ਦਾ ਮੀਨਿੰਗ ਹੈ ਬ੍ਰੇਨ। ਦਸਮ ਦੁਆਰ ਸ਼ਬਦ ਗੁਰਬਾਣੀ ਵਿੱਚ ਦਿਮਾਗ ਵਾਸਤੇ ਵਰਤਿਆ ਗਿਆ ਹੈ। ਉਹ ਕੋਈ ਅੰਦਰ ਦਸਮ ਦੁਆਰ ਨਹੀਂ ਵੀ ਛੋਟੀ ਜੀ ਕੋਈ ਮੋਰੀ ਹੋਵੇ ਜਿਹਦੇ ਵਿੱਚ ਅਸੀਂ ਪ੍ਰਾਣਾਂ ਨੂੰ ਚੜਾਉਣਾ ਹੈ। ਤੇ ਜਿਹੜੇ ਉਹ ਕਰਮ ਕਰਦੇ ਨੇ ਉਹਨਾਂ ਵਾਸਤੇ ਗੁਰਬਾਣੀ ਵਿੱਚ ਸਾਫ਼ ਸੰਦੇਸ਼ ਲਿਖਿਆ ਹੋਇਆ ਹੈ ਕਿ ਮਨ ਨਿਰਮਲ ਨਹੀਂ ਦਸਵੇਂ ਦੁਆਰ, ਪ੍ਰਮ ਪ੍ਰਮ ਆਵੇ ਮੂੜਾ ਵਾਰੋ ਵਾਰ। ਕਿ ਦਸਮ ਦੁਆਰ ਦੇ ਅੰਦਰ ਪ੍ਰਾਣ ਚੜਾਉਣ ਦੇ ਨਾਲ ਕਦੇ ਵੀ ਮਨ ਨਿਰਮਲ ਨਹੀਂ ਹੁੰਦਾ, ਸਗੋਂ ਇਹੋ ਜਿਹੇ ਕੋਝੇ ਕੰਮਾਂ ਦੇ ਅੰਦਰ ਲੱਗਾ ਹੋਇਆ ਮੂਰਖ ਬਾਰ-ਬਾਰ ਪਸ਼ੂ ਬਿਰਤੀਆਂ ਦੇ ਅੰਦਰ ਪੈਂਦਾ ਰਹਿੰਦਾ ਹੈ। ਤਾਂ ਇੱਥੇ ਗੰਗ ਜਮੁਨ ਕੇ ਅੰਤਰੇ ਦਾ ਮਤਲਬ ਹੈਗਾ ਸਹਿਜ ਅਵਸਥਾ। ਜਿਵੇਂ ਜਿੱਥੇ ਦੋ ਦਰਿਆਵਾਂ ਦਾ ਪਾਣੀ ਮਿਲੇ ਨਾ ਤਾਂ ਉੱਥੇ ਪਾਣੀ ਹੋਰ ਡੂੰਘਾ ਹੋ ਜਾਂਦਾ ਹੈ ਔਰ ਉੱਥੇ ਪਾਣੀ ਦਾ ਵੇਗ ਘਟ ਜਾਂਦਾ ਹੈ। ਤਾਂ ਭੱਜ ਦੌੜ ਦਾ ਜਿਹੜਾ ਰੁਕ ਜਾਣਾ ਹੈ, ਸਹਿਜ ਦਾ ਮਤਲਬ ਆਤਮਕ ਅਡੋਲਤਾ, ਮਨ ਬਚਨ ਔਰ ਕਰਮ ਦੀ ਇਕਸਾਰਤਾ ਵਾਲੀ ਜਗ੍ਹਾ ਤੇ ਕਬੀਰ ਜੀ ਕਹਿੰਦੇ ਨੇ ਮੈਂ ਟਿਕਾ ਕੀਤਾ ਹੋਇਆ ਹੈ। ਤਹਾਂ ਕਬੀਰੈ ਮਟ ਕੀਆ। ਮਟ ਦਾ ਮਤਲਬ ਹੈਗਾ ਟਿਕਾਣਾ, ਨਿਵਾਸ। ਕਬੀਰੇ ਦਾ ਮਤਲਬ ਕਬੀਰ ਨੇ, ਕਬੀਰ ਦੇ ਮਨ ਨੇ। ਖੋਜਤ ਮੁਨ ਜਨ ਬਾਟ। ਖੋਜਤ ਦਾ ਮਤਲਬ ਖੋਜਦੇ ਨੇ, ਬਾਟ ਦਾ ਮਤਲਬ ਰਾਸਤਾ। ਕਬੀਰ ਜੀ ਕਹਿੰਦੇ ਨੇ ਮੈਂ ਕਬੀਰ ਦਾ ਮਨ ਉਸ ਅਵਸਥਾ ਵਿੱਚ ਟਿਕ ਗਿਆ ਜਿੱਥੇ ਅਪੜਨ ਦਾ ਰਾਸਤਾ ਰਿਸ਼ੀ ਮੁਨੀ ਲੋਕ ਭਾਲਦੇ ਰਹਿੰਦੇ ਨੇ ਕਿ ਮਨ ਦੇ ਅੰਦਰ ਟਿਕਾਵ ਆ ਜਾਏ, ਮਨ ਸੱਚ ਦੇ ਅੰਦਰ ਲੀਨ ਹੋ ਜਾਏ। ਜਿਸ ਰਾਸਤੇ ਨੂੰ ਲੋਕ ਵੱਡੇ ਵੱਡੇ ਭਾਲ ਰਹੇ ਨੇ, ਮੈਂ ਉਸ ਜਗ੍ਹਾ ਦੇ ਉੱਤੇ ਟਿਕਾ ਲਿਆ ਹੈ ਆਪਣੇ ਮਨ ਨੂੰ। ਯਾਨੀ ਸੱਚ ਦੇ ਅੰਦਰ ਮਨ ਦਾ ਟਿਕ ਜਾਣਾ ਹੀ ਗੰਗਾ ਜਮਨਾ ਸਰਸਵਤੀ ਆਦਿਕ ਦਾ ਇਸ਼ਨਾਨ ਹੈ। ਮੈਨੂੰ ਉੱਥੇ ਇਸ਼ਨਾਨ ਕਰਨ ਦੀ ਜ਼ਰੂਰਤ ਨਹੀਂ। ਦੂਜੇ ਨੰਬਰ ਤੇ ਮੈਨੂੰ ਆ ਈੜਾ ਪਿੰਗਲਾ ਵਾਲੇ ਸੱਜੇ ਖੱਬੇ ਨਾਸਾਂ ਦੇ ਵਿੱਚੋਂ ਸਵਾਸ ਚੜਾਣ ਉਤਾਰਨ ਦੀ ਲੋੜ ਨਹੀਂ। ਸਗੋਂ ਮੇਰਾ ਮਨ ਸਹਿਜ ਅਵਸਥਾ ਵਿੱਚ ਟਿਕ ਗਿਆ, ਮਨ ਅੰਦਰ ਅਡੋਲਤਾ ਆ ਗਈ ਹੈ ਔਰ ਮਨ ਦੇ ਅੰਦਰ ਵਿਕਾਰਾਂ ਦੇ ਫੁਰਨੇ ਨਹੀਂ ਫੁਰਦੇ। ਤਾਂ ਇਸ ਪਾਵਨ ਸ਼ਲੋਕ ਦੇ ਵਿੱਚੋਂ ਜੋ ਸਾਨੂੰ ਸਿੱਖਿਆ ਮਿਲ ਰਹੀ ਹੈ ਉਹ ਇਹੀ ਹੈ ਕਿ ਅਸੀਂ ਵੀ ਆ ਈੜਾ ਪਿੰਗਲਾ ਵਾਲੇ ਕਰਮਾਂ ਦਾ ਤਿਆਗ ਕਰ ਔਰ ਤੀਰਥ ਇਸ਼ਨਾਨਾਂ ਨੂੰ ਛੱਡ ਆਪਣੇ ਮਨ ਨੂੰ ਸਹਿਜ ਦੇ ਵਿੱਚ ਟਿਕਾਣਾ ਹੈ। ਯਾਨੀ ਮਨ, ਬਚਨ ਔਰ ਕਰਮ ਕਰਕੇ ਸੱਚ ਦੇ ਨਾਲ ਜੁੜਨਾ ਹੈ ਔਰ ਆਪਣੇ ਮਨ ਦੇ ਅੰਦਰ ਸ਼ੁਭ ਗੁਣਾਂ ਦੀ ਵਿਚਾਰ ਪੈਦਾ ਕਰਨੀ ਹੈ, ਅਵਗੁਣਾਂ ਨੂੰ ਆਪਣੇ ਜੀਵਨ ਚੋਂ ਖਤਮ ਕਰਨਾ ਹੈ। ਜੋ ਵੀ ਐਸੀ ਜ਼ਿੰਦਗੀ ਜੀਵੇਗਾ ਉਸ ਮਨੁੱਖ ਦੇ ਜੀਵਨ ਅੰਦਰ ਸੁਖ ਸ਼ਾਂਤੀ ਪੈਦਾ ਹੋਵੇਗੀ। ਅਗਲੇ ਸ਼ਲੋਕ ਵਿੱਚ ਬਚਨ ਕਰਦੇ ਹਨ ਕਬੀਰ, ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੈ ਓੜ, ਹੀਰਾ ਕਿਸਕਾ ਬਾਪੁਰਾ ਪੁੱਜੈ ਨਾ ਰਤਨ ਕਰੋੜ। ਇਹ ਸ਼ਬਦ ਨੂੰ ਬਾਪਰਾ ਨਹੀਂ ਪੜਨਾ, ਬਾਪੁਰਾ ਪੜਨਾ ਹੈ। ਪੱਪੇ ਥੱਲੇ ਔਂਕੜ, ਬੱਬੇ ਨਾਲ ਕੰਨਾ, ਹੀਰਾ ਕਿਸਕਾ ਬਾਪੁਰਾ। ਪੁੱਜੈ, ਇਹਨੂੰ ਪੁੱਜੈ ਨਹੀਂ ਪੜਨਾ, ਸਗੋਂ ਹਾਹੇ ਦੇ ਨਾਲ ਬਿੰਦੀ ਲਗਾਵਾਂਗੇ, ਪੁੱਜੈ, ਕਿਉਂਕਿ ਕਿਰਿਆਵਾਚੀ ਸ਼ਬਦ ਹੈ ਔਰ ਕਿਰਿਆਵਾਚੀ ਸ਼ਬਦ ਦੇ ਆਖਰੀ ਹਾਹੇ ਦੇ ਨਾਲ ਜਦੋਂ ਵੀ ਸਿਹਾਰੀ ਹੋਵੇ ਉਹ ਬਹੁਵਚਨੀ ਸ਼ਬਦ ਹੁੰਦਾ ਹੈ। ਪੁੱਜੈ ਦਾ ਮਤਲਬ ਪੁੱਜਦੇ ਨਹੀਂ। ਰਤਨ ਕਰੋੜ ਦਾ ਮਤਲਬ ਕਰੋੜਾਂ ਕੀਮਤੀ ਰਤਨ ਜਿਹੜੇ ਨੇ ਉਹ ਵੀ ਉਹਦੀ ਬਰਾਬਰੀ ਨਹੀਂ ਕਰਦੇ। ਤਾਂ ਕਬੀਰ ਜੈਸੀ ਉਪਜੀ ਪੇੜ ਤੇ, ਜੈਸੀ ਦਾ ਮਤਲਬ ਜਿਹੋ ਜਿਹੀ, ਉਪਜੀ ਦਾ ਮਤਲਬ ਪੈਦਾ ਹੋਈ, ਪੇੜ ਤੇ ਦਾ ਮਤਲਬ ਪੇੜ ਨਵਾਂ ਉਗਿਆ ਬੂਟਾ, ਤੇ ਦਾ ਮਤਲਬ ਤੋਂ। ਜਦੋਂ ਕੋਈ ਨਵਾਂ ਪੇੜ ਨਿਕਲਦਾ ਨਾ, ਉਗਦਾ ਹੈ ਬੀਜ ਦੇ ਵਿੱਚੋਂ, ਅੰਕੁਰ ਫੁੱਟਦਾ ਹੈ ਤਾਂ ਉਹ ਕਿੰਨਾ ਕੋਮਲ ਹੁੰਦਾ ਹੈ, ਕਿੰਨਾ ਕੋਮਲ ਹੁੰਦਾ ਹੈ। ਕਬੀਰ ਜੀ ਕਹਿੰਦੇ ਨੇ ਜਿਹੋ ਜੀ ਕੋਮਲਤਾ ਨਵੇਂ ਉੱਗੇ ਹੋਏ ਪੌਦੇ ਦੀ ਹੁੰਦੀ ਹੈ ਨਾ, ਜੋ ਤੈਸੀ ਨਿਭੈ ਓੜ, ਜੇ ਇਹੋ ਜੀ ਕੋਮਲਤਾ ਮਨੁੱਖ ਦੇ ਹਿਰਦੇ ਵਿੱਚ ਸਦਾ ਲਈ ਨਿਭ ਜਾਏ, ਸਾਰੀ ਜ਼ਿੰਦਗੀ। ਓੜ ਦਾ ਮਤਲਬ ਅਖੀਰ ਤੱਕ, ਅਖੀਰ ਤੱਕ
ਜੇ ਇਹੋ ਜਿਹੀ ਕੋਮਲਤਾ ਨਿਭ ਜਾਏ, यानी ऊंच पवन कन कामनी शिखर तजा फहराए, उस कोमलता ਨੂੰ ਦੂਰ ਨਾ ਕਰ ਸਕਣ। ਸਹਿਜ ਸੁਣ ਕੇ ਘਾਟ ਉੱਤੇ ਜੇ ਮਨੁੱਖ ਸਦਾ ਲਈ ਟਿਕਿਆ ਰਹੇ ਤਾਂ ਉਸ ਮਨੁੱਖ ਦਾ ਜੀਵਨ ਉੱਚਾ ਹੋ ਜਾਂਦਾ ਹੈ, ਮਹਾਨ ਹੋ ਜਾਂਦਾ ਹੈ। ਜਿਵੇਂ ਕੋਮਲਤਾ ਹੈ ਨਾ, ਬੱਚੇ ਦੇ ਅੰਦਰ ਕੋਮਲਤਾ ਹੁੰਦੀ ਹੈ। ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਬੱਚੇ ਦੇ ਅੰਦਰ ਸਤ ਸੰਤੋਖ ਆਦਿਕ ਸ਼ੁਭ ਗੁਣ ਨੇ। ਬੱਚੇ ਦੇ ਅੰਦਰ ਕੋਈ ਹੰਕਾਰ ਨਹੀਂ, ਈਰਖਾ ਨਹੀਂ, ਦੁਐਸ਼ ਨਹੀਂ, ਮੇਰ ਤੇਰ ਦੇ ਵਿਤਕਰੇ ਨਹੀਂ, ਉਹਦੀਆਂ ਬਹੁਤ ਵੱਡੀਆਂ ਲਾਲਸਾਵਾਂ ਨਹੀਂ, ਉਹਦੇ ਅੰਦਰ ਹੰਕਾਰ ਨਹੀਂ, ਝੂਠ ਨਹੀਂ, ਫਰੇਬ ਨਹੀਂ। ਕਿੰਨਾ ਕੋਮਲ ਜਿਹਾ ਸੁਭਾਅ ਹੁੰਦਾ ਹੈ, ਸੱਚ ਹੁੰਦਾ ਹੈ, ਭੋਲਾਪਨ ਹੁੰਦਾ ਹੈ। ਤੇ ਕਬੀਰ ਜੀ ਕਹਿੰਦੇ ਨੇ ਜੇ ਇਹ ਸ਼ੁਭ ਗੁਣ ਜਿਹੜੇ ਨੇ ਸਾਰੀ ਜ਼ਿੰਦਗੀ ਅਖੀਰ ਤੱਕ ਨਿਭ ਜਾਣ, ਕੋਮਲਤਾ ਬਣੀ ਰਹੇ, ਕਠੋਰਤਾ ਨਾ ਆਵੇ। ਹੀਰਾ ਕਿਸਕਾ ਬਾਪੁਰਾ, ਬਾਪੁਰਾ ਦਾ ਮਤਲਬ ਵਿਚਾਰਾ, ਤਾਂ ਫਿਰ ਇੱਕ ਹੀਰਾ ਕੀ ਪੁੱਜੇ ਨਾ ਰਤਨ ਕਰੋੜ, ਇਹੋ ਜਿਹੇ ਬੰਦੇ ਦੀ ਕੀਮਤ ਕਰੋੜਾਂ ਰਤਨ ਵੀ ਨਹੀਂ ਦੇ ਸਕਦੇ। ਯਾਨੀ ਉਹ ਮਨੁੱਖ ਮਹਾਨ ਕੀਮਤੀ ਜੀਵਨ ਵਾਲਾ ਮਹਾਨ ਹੋ ਜਾਂਦਾ ਹੈ ਜੇਕਰ ਮਨੁੱਖ ਦੇ ਜੀਵਨ ਦੇ ਅੰਦਰ ਸਾਰੀ ਜ਼ਿੰਦਗੀ ਕੋਮਲਤਾ ਰਹੇ, ਨਿਰਦੈਤਾ ਨਾ ਆਵੇ, ਕਠੋਰਤਾ ਨਾ ਆਵੇ। ਦੇਖੋ ਇਸ ਕਠੋਰਤਾ ਨੇ ਕਿਤਨਾ ਨੁਕਸਾਨ ਕੀਤਾ ਹੈ ਮਨੁੱਖਤਾ ਦਾ। ਹਜ਼ਾਰਾਂ ਲੱਖਾਂ ਕਤਲ ਧਰਮ ਦੇ ਨਾਮ ਦੇ ਉੱਤੇ ਹੋਏ ਨੇ। ਕਿਵੇਂ ਲੋਕਾਂ ਨੂੰ ਟਾਇਰ ਪਾ ਪਾ ਕੇ ਸਾੜਿਆ ਗਿਆ ਹੈ, ਚੈਂਬਰਾਂ ਵਿੱਚ ਸਾੜਿਆ ਗਿਆ ਹੈ। ਲੋਕਾਂ ਨੂੰ ਕਿਵੇਂ ਕੁਝ ਲੋਕਾਂ ਨੇ ਦੇਗਾਂ ਵਿੱਚ ਉਬਾਲਿਆ ਹੈ, ਚਰਖੜੀਆਂ ਤੇ ਚੜਾਇਆ ਹੈ। ਔਰ ਅੱਜ ਵੀ ਅਸੀਂ ਦੇਖਦੇ ਹਾਂ ਕਿਵੇਂ ਲੋਕਾਂ ਨੂੰ ਮਾਰਿਆ ਜਾਂਦਾ ਹੈ ਨਾ, ਵੱਢ ਰਹੇ ਨੇ। ਤਾਂ ਇਹ ਕੋਮਲਤਾ ਖਤਮ ਹੋ ਗਈ ਨਾ, ਕੋਮਲਤਾ ਖਤਮ ਹੋ ਗਈ। ਇਸ ਕਰਕੇ ਰਿਸ਼ਵਤਖੋਰੀ, ਇੱਕ ਬੰਦਾ 80,000 ਰੁਪਇਆ ਤਨਖਾਹ ਲੈ ਰਿਹਾ ਹੈ ਤੇ ਕੋਮਲਤਾ ਨਾ ਹੋਣ ਕਰਕੇ 400 ਰੁਪਏ ਦਿਹਾੜੀ ਵਾਲੇ ਤੋਂ ਰਿਸ਼ਵਤ ਲੈਂਦਾ ਪਿਆ। ਸਿੰਥੈਟਿਕ ਦੁੱਧ, ਸਿੰਥੈਟਿਕ ਖੋਇਆ ਵੇਚ ਰਿਹਾ ਹੈ, 2 ਨੰਬਰ ਦੇ ਧੰਦੇ। ਔਰ ਕਿਵੇਂ ਨਿੱਕੀਆਂ ਨਿੱਕੀਆਂ 2-2 ਸਾਲਾਂ ਦੀਆਂ ਬੱਚੀਆਂ ਦੇ ਨਾਲ ਜ਼ਬਰ ਜ਼ਿਨਾ, ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਬਾਰੇ ਵੀ ਨਹੀਂ ਪਤਾ। ਇਹ ਕੌਣ ਲੋਕ ਕਰ ਰਹੇ ਨੇ? ਜਿਨ੍ਹਾਂ ਦੇ ਅੰਦਰ ਕਠੋਰਤਾ ਹੈ, ਕੋਮਲਤਾ ਨਹੀਂ ਹੈ। ਜੇ ਕੋਮਲਤਾ ਮਨੁੱਖ ਦੇ ਜੀਵਨ ਵਿੱਚ ਬਣੀ ਰਹੇ ਤਾਂ ਫਿਰ ਇਸ ਮਨੁੱਖ ਦੀ ਕੋਈ ਕੀਮਤ ਨਹੀਂ, ਬੇਸ਼ਕੀਮਤੀ ਜ਼ਿੰਦਗੀ ਹੈ ਇਹਦੀ। ਤਾਂ ਇਸ ਪਾਵਨ ਸ਼ਲੋਕ ਵਿੱਚੋਂ ਮਨੁੱਖ ਮਾਤਰ ਨੂੰ ਜੀਵਨ ਜੀਣ ਵਾਸਤੇ ਉਪਦੇਸ਼ ਕੀਤਾ ਜਾ ਰਿਹਾ ਹੈ ਕਿ ਆਪਣੇ ਜੀਵਨ ਨੂੰ ਭਾਈ ਮਹਾਨ ਬਣਾਓ। ਊਚ ਭਵਨ ਕਨ ਕਾਮਨੀ ਤੇ ਆਪਣੇ ਆਪ ਨੂੰ ਵੱਡਾ ਹੰਕਾਰੀ ਬਣਾਉਣਾ, ਵਿਕਾਰੀ ਬਣਾਉਣਾ, ਇਹਨਾਂ ਚੀਜ਼ਾਂ ਨੂੰ ਛੱਡੋ। ਆਪਣੇ ਅੰਦਰ ਕੋਮਲਤਾ ਪੈਦਾ ਕਰੋ, ਆਪਣੇ ਅੰਦਰ ਦਇਆ ਪੈਦਾ ਕਰੋ, ਆਪਣੇ ਜੀਵਨ ਵਿੱਚ ਪ੍ਰੇਮ ਪੈਦਾ ਕਰੋ, ਫਿਰ ਤੁਹਾਡਾ ਜੀਵਨ ਮਹਾਨ ਹੋ ਜਾਏਗਾ। ਔਰ ਇਹ ਪੋਸੀਬਿਲਿਟੀ ਹਰ ਇਨਸਾਨ ਵਿੱਚ ਮੌਜੂਦ ਹੈ, ਮੇਰੇ ਵਿੱਚ ਵੀ ਹੈ, ਤੁਹਾਡੇ ਵਿੱਚ ਵੀ ਹੈ, ਸਾਰੀ ਦੁਨੀਆ ਦੇ ਅੰਦਰ ਹੈ। ਕਿੰਨਾ ਮਹਾਨ ਇਹ ਬੰਦਾ ਹੋ ਸਕਦਾ ਹੈ ਜੇ ਆਪਣੇ ਜੀਵਨ ਦੇ ਅੰਦਰ ਕੋਮਲਤਾ ਨੂੰ ਕਾਇਮ ਰੱਖੇ। ਪਰ ਜਿਵੇਂ ਜਿਵੇਂ ਇਹ ਬੱਚੇ ਤੋਂ ਵੱਡਾ ਹੁੰਦਾ ਹੈ, ਇਹਦੀ ਕੋਮਲਤਾ ਖਤਮ ਹੁੰਦੀ ਜਾਂਦੀ ਹੈ, ਕਠੋਰਤਾ ਆਉਂਦੀ ਜਾਂਦੀ ਹੈ, ਨਿਰਦੈਰਤਾ ਆਈ ਜਾਂਦੀ ਹੈ, ਇਹ ਜੀਵਨ ਤੋਂ ਦੂਰ ਜਾਈ ਜਾਂਦਾ ਹੈ ਮਨੁੱਖਤਾ ਤੋਂ। ਕਬੀਰਾ ਏਕ ਅਚੰਭੋ ਦੇਖਿਓ, ਹੀਰਾ ਹਾਟ ਬਿਕਾਏ, ਬਨਜਨ ਹਾਰੇ ਬਾਹਰਾ, ਕੌਡੀ ਬਦਲੇ ਜਾਏ। ਇਹਨੂੰ ਬਦਲੇ ਨਹੀਂ ਪੜਨਾ, ਬਦਲੇ, ਦਲਾਵਾਂ ਦਾ ਧਿਆਨ ਰੱਖਣਾ ਹੈ। ਅਚੰਭੋ ਦਾ ਮਤਲਬ ਹੈਰਾਨ ਕਰ ਦੇਣ ਵਾਲਾ ਤਮਾਸ਼ਾ, ਮੂਰਖਤਾ ਵਾਲਾ। ਹਾਟ ਦਾ ਮਤਲਬ ਹੱਟੀ ਤੇ, ਬਿਕਾਏ ਦਾ ਮਤਲਬ ਵਿਕ ਰਿਹਾ ਹੈ। ਕਬੀਰ ਜੀ ਕਹਿੰਦੇ ਨੇ ਜਗਤ ਦੇ ਅੰਦਰ ਮੈਂ ਅਸ਼ਚਰਜ ਮੂਰਖਤਾ ਵਾਲਾ ਤਮਾਸ਼ਾ ਵੇਖਿਆ ਹੈ, ਬੇਸਮਝੀ ਵਾਲਾ ਤਮਾਸ਼ਾ ਵੇਖਿਆ। ਤੇ ਉਹ ਹੈਰਾਨ ਕਰ ਦੇਣ ਵਾਲੀ ਗੱਲ ਕਿਹੜੀ ਹੈ? ਹੀਰਾ ਹੱਟੀ ਤੇ ਵਿਕ ਰਿਹਾ ਹੈ, ਹੀਰਾ ਹੱਟੀ ਤੇ ਵਿਕ ਰਿਹਾ। ਤੇ ਇਹਦੇ ਵਿੱਚ ਹੈਰਾਨੀ ਵਾਲੀ ਕਿਹੜੀ ਗੱਲ ਹੈ ਜੀ? ਹੀਰਾ ਵਿਕ ਰਿਹਾ। ਹੁਣ ਹੈਰਾਨੀ ਵਾਲੀ ਗੱਲ ਅਗਲੀ ਪੰਕਤੀ ਵਿੱਚ ਦੱਸ ਰਹੇ ਨੇ, ਬਨਜਨ ਹਾਰੇ ਬਾਹਰਾ। ਬਨਜਨ ਹਾਰੇ ਦਾ ਮਤਲਬ ਖਰੀਦਣ ਵਾਲਾ, ਜਿਹਨੂੰ ਹੀਰੇ ਦੀ ਪਹਿਚਾਨ ਨਹੀਂ ਹੈ ਔਰ ਉਹਦਾ ਕੋਈ ਖਰੀਦਦਾਰ ਵੀ ਨਹੀਂ ਹੈ। ਕਿਸੇ ਨੂੰ ਵਣਜ ਕਰਨ ਦੀ ਜਾਂਚ ਨਾ ਹੋਣ ਕਰਕੇ ਕੌਡੀ ਬਦਲੇ ਜਾਏ, ਕੌਡੀਆਂ ਦੇ ਭਾਅ ਵਿਕ ਰਿਹਾ ਹੈ। ਇੱਕ ਹੀਰਾ ਜਿਹਦੀ ਕੀਮਤ ਦਾ ਪਤਾ ਨਾ ਹੋਵੇ ਤੇ ਉਹਨੂੰ ਕੌਡੀਆਂ ਦੇ ਭਾਅ ਵੇਚ ਦਿੱਤਾ ਜਾਏ। ਹੈਰਾਨ ਕਰ ਦੇਣ ਵਾਲੀ ਗੱਲ ਹੈ ਨਾ, ਜਿਹਦੀ ਕੀਮਤ ਕਰੋੜਾਂ ਰੁਪਏ ਹੋਵੇ, ਅਰਬਾਂ ਰੁਪਏ ਹੋਵੇ,
ਤੇ ਉਹਨੂੰ 4 ਕੌਡੀਆਂ ਦੇ ਬਦਲੇ ਕੋਈ ਦੇ ਦੇਵੇ। ਹੈਰਾਨੀ ਵਾਲੀ ਗੱਲ ਹੈ ਨਾ, ਕਿਉਂਕਿ ਪਛਾਣ ਨਹੀਂ ਹੈ ਔਰ ਇਹ ਹਾਲਾਤ ਹੋ ਰਹੀ ਹੈ। ਤੇ ਉਹ ਹੀਰਾ ਕਿਹੜਾ ਹੈ? ਉਹ ਹੀਰਾ ਹਰ ਮਨੁੱਖ ਹੈ, ਹਰ ਮਨੁੱਖ। ਔਰ ਹਰ ਮਨੁੱਖ ਦਾ ਜੀਵਨ ਹੀਰਾ ਹੋ ਸਕਦਾ ਹੈ। ਉਹ ਹੀਰੇ ਕਿਹੜੇ ਨੇ? ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਪ੍ਰੇਮ, ਕੁਰਬਾਨੀ, ਨਿਰਭੈਤਾ, ਨਿਰਵੈਰਤਾ, ਇਨਸਾਨੀਅਤ, ਕੋਮਲਤਾ। ਇਹ ਹੀਰੇ ਨੇ। ਇਹ ਜੀਵਨ ਹੀਰਿਆਂ ਵਰਗਾ ਸੀ, ਲੇਕਿਨ ਮਨੁੱਖ ਇਸ ਜੀਵਨ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਜਾਤੀਵਾਦ, ਮੇਰ ਤੇਰ, ਇਹਨਾਂ ਕੌਡੀਆਂ ਦੇ ਬਦਲੇ ਵੇਚੀ ਜਾ ਰਿਹਾ ਹੈ। ਇਹਨਾਂ ਦੇ ਬਾਰੇ ਇਹਨਾਂ ਅਵਗੁਣਾਂ ਦੇ ਅੰਦਰ ਆਪਣੇ ਜੀਵਨ ਨੂੰ ਬਿਤਾਈ ਜਾ ਰਿਹਾ ਹੈ ਹੀਰਾ ਹੈ, ਲੇਕਿਨ ਕੌਡੀਆਂ ਦੇ ਭਾਅ ਵਿਕ ਰਿਹਾ। ਹਰ ਇਨਸਾਨ ਦੀ ਸੋਚ ਹੀਰਾ ਹੋ ਸਕਦੀ ਹੈ, ਹਰ ਇਨਸਾਨ ਦੀ ਸੋਚ ਮਹਾਨ ਹੋ ਸਕਦੀ ਹੈ, ਲੇਕਿਨ ਆਮ ਬੰਦਾ ਇਹਦੀ ਪਹਿਚਾਨ ਨਾ ਹੋਣ ਕਰਕੇ, ਬੇਸਮਝ ਦੇ ਕਾਰਨ, ਈਰਸ਼ਾ ਦਵੇਸ਼ ਦੇ ਅੰਦਰ ਆਪਣੀ ਜ਼ਿੰਦਗੀ ਬਿਤਾ ਰਿਹਾ ਹੈ, ਹੋਛੀਆਂ ਗੱਲਾਂ ਪਿੱਛੇ। ਕਿਸੇ ਦੀ ਮਾੜੀ ਦੀ ਬੇਇੱਜ਼ਤੀ ਕਰਕੇ ਬੜਾ ਖੁਸ਼ ਹੁੰਦਾ ਹੈ ਵੀ ਜਿਵੇਂ ਮੈਂ ਬਹੁਤ ਵੱਡਾ ਜੰਗ ਜਿੱਤ ਲਿਆ ਹੈ। ਕਿਸੇ ਦੇ 4 ਪੈਸੇ ਮਾਰ ਕੇ, ਬੇਈਮਾਨੀ ਕਰਕੇ ਆਪਣੇ ਆਪ ਨੂੰ ਬੜਾ ਵੱਡਾ ਚਲਾਕ ਸਮਝਦਾ ਹੈ ਕਿ ਸ਼ਾਇਦ ਮੈਂ ਕਿੱਡੀ ਵੱਡੀ ਮੱਲ ਮਾਰ ਲਈਏ। ਉਹ ਭਲੇ ਪੁਰਸ਼ਾ, ਜੇ ਤੂੰ ਸੱਚ ਦੇ ਨਾਲ ਜੁੜਦਾ, ਜੇ ਤੂੰ ਉੱਚਾ ਆਚਰਣ ਬਣਾਉਂਦਾ, ਜੇ ਤੇਰੀ ਜ਼ਿੰਦਗੀ ਵਿੱਚ ਦਇਆ ਹੁੰਦੀ, ਹਰ ਧੀ ਭੈਣ ਨੂੰ ਆਪਣੀ ਧੀ ਭੈਣ ਸਮਝਦਾ, ਹਰ ਇੱਕ ਦੇ ਨਾਲ ਤੇਰਾ ਪਿਆਰ ਮੁਹੱਬਤ ਹੁੰਦਾ, ਤਾਂ ਤੂੰ ਕਿੰਨਾ ਵੱਡਾ ਮਨ ਹੋਣਾ ਸੀ। ਔਰ ਇਸ ਜ਼ਿੰਦਗੀ ਦੇ ਅੰਦਰ ਜਦੋਂ ਆਪ ਝਾਤ ਮਾਰੋਗੇ ਇਤਿਹਾਸ ਵਿੱਚ, ਕੁਝ ਲੋਕ ਐਸੇ ਨੇ ਜਿਨ੍ਹਾਂ ਨੇ ਹੀਰਿਆਂ ਨੂੰ ਹੀਰੇ ਸਮਝਿਆ ਔਰ ਉਹਨਾਂ ਨੇ ਆਪਣੇ ਜੀਵਨ ਨੂੰ ਮਹਾਨ ਬਣਾਇਆ। ਜੋ ਅਸੀਂ ਅਰਦਾਸ ਵਿੱਚ ਰੋਜ਼ ਨਾਮ ਲੈਂਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸ਼ੀਸ ਦਿੱਤੇ, ਉਹਨਾਂ ਨੇ ਹੀਰਿਆਂ ਦੀ ਕੀਮਤ ਸਮਝੀ ਨਾ। ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਕੌਡੀਆਂ ਦੇ ਬਦਲੇ ਨਹੀਂ ਵੇਚਿਆ। ਤੇ ਅੱਜ ਉਹਨਾਂ ਦਾ ਨਾਮ ਹੈ, ਜਦੋਂ ਤੱਕ ਦੁਨੀਆ ਰਹੇਗੀ ਉਹਨਾਂ ਦਾ ਨਾਮ ਲੋਕ ਲੈਣਗੇ। ਉਹਨਾਂ ਦੇ ਅੱਗੇ ਲੋਕ ਸ਼ਰਧਾ ਦੇ ਨਾਲ, ਪ੍ਰੇਮ ਦੇ ਨਾਲ ਝੁਕਦੇ ਰਹਿਣਗੇ। ਤੇ ਕੁਝ ਉਹ ਲੋਕ ਜਿਨ੍ਹਾਂ ਦੇ ਹੱਥ ਦੇ ਅੰਦਰ ਤਾਕਤ ਆਈ, ਪਰ ਉਹਨਾਂ ਨੇ ਉਸ ਤਾਕਤ ਨੂੰ ਕੌਡੀਆਂ ਦੇ ਭਾਅ ਗਵਾ ਦਿੱਤਾ, ਜਿਨ੍ਹਾਂ ਵਿੱਚ ਔਰੰਗਜ਼ੇਬ ਹੈ ਜਾਂ ਹਿਟਲਰ ਹੈ ਜਾਂ ਹੋਰ ਲੋਕ ਨੇ। ਅੱਜ ਵੀ ਅਸੀਂ ਦੇਖ ਸਕਦੇ ਹਾਂ, ਅਸੀਂ ਵੀ ਆਪਣੀ ਤਾਕਤ ਨੂੰ, ਆਪਣੀ ਸੋਚ ਨੂੰ ਕਿਵੇਂ ਨੀਵੇਂ ਭਾਅ ਗਵਾਈ ਜਾ ਰਹੇ ਹਾਂ। ਤਾਂ ਇਸ ਪਾਵਨ ਸ਼ਲੋਕ ਰਾਹੀਂ ਭਗਤ ਕਬੀਰ ਜੀ ਸੁਚੇਤ ਕਰ ਰਹੇ ਨੇ ਕਿ ਭਲਿਓ, ਆਪਣੇ ਜੀਵਨ ਨੂੰ ਐਵੇਂ ਕੌਡੀਆਂ ਦੇ ਭਾਅ ਨਾ ਗਵਾਓ। ਇਸ ਜੀਵਨ ਨੂੰ ਸਾਂਭੋ। ਇਹ ਜੀਵਨ ਹੀਰਿਆਂ ਵਰਗਾ ਹੈ, ਇਹ ਜੀਵਨ ਬੜਾ ਕੀਮਤੀ ਹੈ। ਜੇ ਤੁਸੀਂ ਥੋੜਾ ਜਿਹਾ ਯਤਨ ਕਰੋ, ਤੁਸੀਂ ਰੱਬ ਵਰਗੇ ਹੋ ਕੇ ਜੀ ਸਕਦੇ ਹੋ। ਅਗਲਾ ਬਚਨ ਕਰਦੇ ਨੇ, ਕਬੀਰਾ ਜਹਾਂ ਗਿਆਨ ਤਹ ਧਰਮ ਹੈ, ਜਹਾਂ ਝੂਠ ਤਹ ਪਾਪ, ਜਹਾਂ ਲੋਭ ਤਹ ਕਾਲ ਹੈ, ਜਹਾਂ ਖਿਮਾ ਤਹ ਆਪ। ਜਹਾਂ ਦਾ ਮਤਲਬ ਜਿੱਥੇ, ਯਾਨੀ ਜਿਸ ਮਨੁੱਖ ਦੇ ਅੰਦਰ। ਗਿਆਨ ਦਾ ਮਤਲਬ ਸੂਝ, ਸਮਝ। ਕਾਦੀ ਸਮਝ? ਕਿ ਇਹ ਜਿਹੜਾ ਹੀਰਾ ਜਨਮ ਹੈ ਮੈਨੂੰ ਕਿਉਂ ਲਿਆ, ਇਸ ਚੀਜ਼ ਦੀ ਸਮਝ ਕਿ ਮੇਰੀ ਜ਼ਿੰਦਗੀ ਦਾ ਗੋਲ ਕੀ ਹੈ, ਮੈਂ ਜ਼ਿੰਦਗੀ ਕਾਦੇ ਵਾਸਤੇ ਜੀ ਰਿਹਾ ਹਾਂ, ਆਖਿਰ ਮੇਰੇ ਜੀਵਨ ਦਾ ਗੋਲ ਕੀ ਹੈ, ਮੈਂ ਇਸ ਦੁਨੀਆ ਵਿੱਚ ਕਿਉਂ ਹਾਂ, ਮੈਂ ਇਸ ਜੀਵਨ ਦੇ ਵਿੱਚ ਕਿਉਂ ਹਾਂ, ਇਸ ਦੁਨੀਆ ਦੇ ਵਿੱਚ ਕਿਉਂ ਹਾਂ, ਮੇਰੇ ਜੀਵਨ ਦਾ ਮਕਸਦ ਕੀ ਹੈ, ਮੇਰੀ ਜ਼ਿੰਦਗੀ ਦਾ ਜੋ ਰਿਜ਼ਲਟ ਹੈ ਉਹ ਕੀ ਨਿਕਲੇਗਾ ਜੈਸੀ ਮੈਂ ਜ਼ਿੰਦਗੀ ਜੀ ਰਿਹਾ। ਜਿਵੇਂ ਕਿ ਮੈਂ ਪਹਿਲਾਂ ਵੀ ਕਈ ਵਾਰ ਬੇਨਤੀ ਕੀਤੀ ਹੈ ਕਿ ਆਮ ਜੋ ਬੰਦਾ ਹੈ ਉਹਦੀ ਜ਼ਿੰਦਗੀ ਦਾ ਕੋਈ ਗੋਲ ਨਹੀਂ ਹੈ, ਏਮਲੈਸ ਜ਼ਿੰਦਗੀ ਹੈ। ਤੇ ਏਮਲੈਸ ਜ਼ਿੰਦਗੀ ਹੋਣ ਕਰਕੇ ਇਹ ਮਨੁੱਖ ਕਿੰਨੀ ਆਪਣੀ ਐਨਰਜੀ ਨੂੰ ਵਿਅਰਥ ਗਵਾਈ ਜਾਂਦਾ ਹੈ ਤੇ ਲਾਭ ਇਸ ਨੂੰ ਕੋਈ ਵੀ ਨਹੀਂ ਹੁੰਦਾ। ਇਸ ਲਈ ਇਸ ਚੀਜ਼ ਦੀ ਸੂਝ ਹੋਣੀ ਚਾਹੀਦੀ ਹੈ ਕਿ ਮੈਂ ਜ਼ਿੰਦਗੀ ਕਿਉਂ ਜੀ ਰਿਹਾ, ਮੇਰੇ ਜੀਵਨ ਦਾ ਰਿਜ਼ਲਟ ਕੀ ਹੋਏਗਾ, ਮੇਰੇ ਜੀਵਨ ਦਾ ਗੋਲ ਕੀ ਹੈ। ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਮੇਰੀ ਜ਼ਿੰਦਗੀ ਦਾ ਗੋਲ ਕੀ ਹੈ। ਧਰਮ
ਧਰਮ ਦਾ ਮਤਲਬ ਹੈ ਜਨਮ ਮਨੋਰਥ ਦੇ ਪੂਰਾ ਕਰਨ ਦਾ ਫਰਜ਼। ਧਰਮ ਦਾ ਮਤਲਬ ਫਰਜ਼। ਜਿਵੇਂ ਅਸੀਂ ਧਰਮ ਦੀ ਡੈਫੀਨੇਸ਼ਨ ਲਿਖੀ ਹੋਈ ਹੈ ਨਾ, ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ। ਤਾਂ ਕਬੀਰ ਜੀ ਕਹਿੰਦੇ ਨੇ ਜਨਮ ਮਨੋਰਥ ਦੇ ਪੂਰਾ ਕਰਨ ਦੀ ਫਰਜ਼ ਸਿਨਾਸ਼ੀ ਸਿਰਫ ਉੱਥੇ ਹੋ ਸਕਦੀ ਹੈ ਜਿੱਥੇ ਇਹ ਸਮਝ ਹੋਵੇ ਕਿ ਹੀਰਾ ਜਨਮ ਕਾਦੇ ਲਈ ਹੈ। ਜਹਾਂ ਝੂਠ ਤਹਿ ਪਾਪ, ਤੇ ਜਿੱਥੇ ਝੂਠ ਹੈ ਉੱਥੇ ਪਾਪ ਹੋਏਗਾ। ਹਰ ਪਾਪ ਦਾ ਮੂਲ ਝੂਠ ਹੈ। ਹਰ ਪਾਪ ਝੂਠ ਦੇ ਵਿੱਚੋਂ ਉਪਜਦਾ ਹੈ। ਜੇ ਝੂਠ ਨਾ ਹੋਵੇ ਤੇ ਪਾਪ ਹੋ ਨਹੀਂ ਸਕਦਾ, ਕਿਉਂਕਿ ਚੋਰੀ ਕਰਨ ਲਈ ਸਾਨੂੰ ਝੂਠ ਚਾਹੀਦਾ ਹੈ, ਰਿਸ਼ਵਤ ਖੋਰੀ ਵਾਸਤੇ ਝੂਠ ਚਾਹੀਦਾ ਹੈ, ਈਰਖਾ ਦਵੇਸ਼ ਝੂਠ ਦੇ ਕਾਰਨ ਹੈ। ਜੇ ਸੱਚ ਹੋਵੇ ਤਾਂ ਰਿਸ਼ਵਤ ਖੋਰੀ ਚੋਰ ਬਜ਼ਾਰੀ 2 ਨੰਬਰ ਦੇ ਧੰਦੇ ਨਹੀਂ ਹੋਣਗੇ। ਇਸ ਲਈ ਗੁਰੂ ਜੀ ਨੇ ਪਾਵਨ ਬਾਣੀ ਵਿੱਚ ਥਾਂ ਪਰ ਥਾਂ ਬਚਨ ਕੀਤਾ ਹੈ, ਸੱਚ ਸਭ ਨਾ ਹੋਏ ਦਾਰੂ, ਪਾਪ ਕੱਢੇ ਧੋਏ। ਸੱਚ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਸੋਲੂਸ਼ਨ ਹੈ ਔਰ ਝੂਠ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਬੀਜ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਜਿੱਥੇ ਗਿਆਨ ਹੈ ਉੱਥੇ ਹੀ ਫਰਜ਼ ਪੈਦਾ ਹੁੰਦੇ ਨੇ। ਗਿਆਨਵਾਨ ਬੰਦਾ ਹੀ ਫਰਜ਼ਾਂ ਨੂੰ ਪੂਰੀਆਂ ਕਰ ਸਕਦਾ ਹੈ। ਜਿੱਥੇ ਝੂਠ ਹੈ ਉੱਥੇ ਪਾਪ ਹੋਏਗਾ। ਇਸ ਲਈ ਸਾਨੂੰ ਗਿਆਨ ਦੀ ਜ਼ਰੂਰਤ ਹੈ। ਗੁਰਦੇਵ ਨੇ ਪਾਵਨ ਬਾਣੀ ਵਿੱਚ ਥਾਂ ਪਰ ਥਾਂ ਬਚਨ ਕੀਤਾ ਹੈ, ਅਕਲੀ ਸਾਹਿਬ ਸੇਵੀਏ ਅਕਲੀ ਕੀਚੇ ਦਾਨ, ਅਕਲੀ ਪੜ ਕੇ ਬੁਝੀਏ ਅਕਲੀ ਪਾਈਏ ਮਾਨ, ਨਾਨਕ ਆਖੇ ਰਾਹ ਇਹ ਹੋਰ ਗੱਲਾਂ ਸ਼ੈਤਾਨ। ਤਾਕਤ ਔਰ ਪੈਸੇ ਦੇ ਹੁੰਦਿਆਂ ਵੀ ਗਿਆਨ ਵਿਹੂਣਾ ਬੰਦਾ ਜੀਵਨ ਬਾਜੀ ਨੂੰ ਹਾਰ ਜਾਇਆ ਕਰਦਾ ਹੈ। ਇਸ ਲਈ ਗਿਆਨ ਦਾ ਹੋਣਾ ਅਤਿਅੰਤ ਜ਼ਰੂਰੀ ਹੈ। ਤਾਂ ਅਸੀਂ ਗਿਆਨ ਗੁਰੂ ਦੀ ਅਗਵਾਈ ਵਿੱਚ ਜ਼ਿੰਦਗੀ ਜੀਣੀ ਹੈ। ਉੱਥੇ ਹੀ ਧਰਮ ਪੈਦਾ ਹੋ ਸਕਦਾ ਹੈ ਜਿੱਥੇ ਗਿਆਨ ਹੈ। ਕੱਲੀ ਸ਼ਰਧਾ ਨਾਲ ਬਾਤ ਨਹੀਂ ਬਣੇਗੀ, ਗਿਆਨ ਚਾਹੀਦਾ ਹੈ ਤੇ ਸ਼ਰਧਾ ਔਰ ਵਿਸ਼ਵਾਸ ਗਿਆਨ ਤੇ ਚਾਹੀਦੀ ਹੈ। ਜਹਾਂ ਝੂਠ ਤੇ ਪਾਪ, ਜਿੱਥੇ ਝੂਠ ਹੋਏਗਾ ਉੱਥੇ ਪਾਪ ਹੋਏਗਾ। ਔਰ ਦੇਖੋ ਧਰਮੀ ਲੋਕ ਵੀ ਪਾਪ ਦਾ ਕਾਰਨ ਬਣ ਜਾਂਦੇ ਨੇ। ਜਦੋਂ ਸਾਨੂੰ ਸਮਝਾਇਆ ਜਾਂਦਾ ਨਾ ਮਰਨ ਤੋਂ ਬਾਅਦ ਜੇ ਤੁਸੀਂ ਦਾਨ ਪੁੰਨ ਕੀਤਾ ਹੋਵੇਗਾ ਤੇ ਅੱਗੇ ਤੁਹਾਨੂੰ ਸਵਰਗ ਮਿਲੇਗਾ, ਦਾਨ ਪੁੰਨ ਨਹੀਂ ਕੀਤਾ ਹੋਵੇਗਾ ਤਾਂ ਨਰਕ ਮਿਲੇਗਾ, ਇਹ ਝੂਠ ਹੈ ਨਾ। ਅੱਗੇ ਨਰਕ ਸਵਰਗ ਹੈ ਨਹੀਂ। ਤੇ ਫਿਰ ਜਿਹੜਾ ਬੰਦਾ ਐਸੇ ਕਰਮ ਕਰਕੇ ਪੈਸਾ ਲਵੇਗਾ ਉਹ ਫਿਰ ਪਾਪ ਕਰੇਗਾ ਨਾ। ਉਹਦੀ ਇਨਕਮ, ਉਹਦੀ ਬੇਸ ਹੀ ਵਿੱਚ ਪਾਪ ਹੋ ਗਿਆ ਨਾ, ਝੂਠ ਹੋ ਗਿਆ, ਤਾਂ ਉਹਦੀ ਇਨਕਮ ਜਿਹੜੀ ਆਟੋਮੈਟਿਕਲੀ ਪਾਪ ਦਾ ਕਾਰਨ ਬਣੇਗੀ। ਦੁਨੀਆ ਵਿੱਚ ਪਾਪ ਫੈਲੇਗਾ, ਅੰਧ ਵਿਸ਼ਵਾਸ ਫੈਲਣਗੇ। ਇਸ ਲਈ ਗਿਆਨ ਦੀ ਵਰਤੋਂ ਕਰਨੀ, ਆਪਣੇ ਦਿਮਾਗ ਨੂੰ ਵਰਤਣਾ ਹੈ ਗੁਰਮਤਿ ਅਨੁਸਾਰ, ਸੱਚੀ ਆਪਣੇ ਗਿਆਨ ਦੀ ਸੁਵਰਤੋਂ ਕਰਨੀ ਹੈ। ਅਗਲਾ ਬਚਨ ਕਰਦੇ ਨੇ ਜਹਾਂ ਲੋਭ ਤਹਿ ਕਾਲ ਹੈ, ਜਿੱਥੇ ਲੋਭ ਹੋਏਗਾ ਉੱਥੇ ਮੌਤ ਹੈ। ਮੌਤ ਦਾ ਮਤਲਬ ਇਹ ਨਹੀਂ ਕਿ ਸਰੀਰ ਕਰਕੇ ਬੰਦਾ ਮਰੇਗਾ। ਲੋਭੀ ਬੰਦਾ ਸਰੀਰ ਕਰਕੇ ਨਹੀਂ ਮਰਦਾ। ਸਰੀਰ ਕਰਕੇ ਤਾਂ ਸੰਤੋਖ ਵਾਲਾ ਵੀ ਮਰ ਜਾਂਦਾ ਹੈ, ਲੋਭ ਵਾਲਾ ਵੀ ਮਰ ਜਾਂਦਾ ਹੈ। ਇੱਥੇ ਕਾਲ ਦਾ ਮਤਲਬ ਹੈ ਆਤਮਕ ਮੌਤ, ਜ਼ਮੀਰ ਦਾ ਮਰ ਜਾਣਾ, ਇਨਸਾਨੀਅਤ ਦਾ ਮਰ ਜਾਣਾ। ਜਿੱਥੇ ਲੋਭ ਹੈ, ਜਿੱਥੇ ਲੋਭ ਹੈ ਉੱਥੇ ਆਤਮਕ ਮੌਤ ਹੈ। ਉਹਦੇ ਅੰਦਰੋਂ ਸਰੀਰਕ ਜ਼ਮੀਰ ਮਰ ਜਾਏਗੀ, ਇਨਸਾਨੀਅਤ ਮਰ ਜਾਏਗੀ। ਕਿਉਂਕਿ ਲੋਭ ਕਰਕੇ ਮੈਂ ਬੇਗਾਨਾ ਹੱਕ ਤਾਂ ਹੀ ਖਾਵਾਂਗਾ ਨਾ ਜੇ ਅੰਦਰੋਂ ਮੇਰੀ ਜ਼ਮੀਰ ਮਰੇਗੀ, ਇਨਸਾਨੀਅਤ ਮਰੇਗੀ, ਤਾਂ ਹੀ ਮੈਂ ਗਲਤ ਕੰਮ ਕਰਾਂਗਾ। ਤੇ ਜਿੱਥੇ ਲੋਭ ਪੈਦਾ ਹੋਏਗਾ ਉੱਥੇ ਇਨਸਾਨੀਅਤ ਮਰੇਗੀ ਹੀ ਮਰੇਗੀ। ਇਨਸਾਨੀਅਤ ਦੇ ਮਰਨ ਤੋਂ ਬਿਨਾਂ ਲੋਭ ਜ਼ਿੰਦਗੀ ਵਿੱਚ ਪੈਦਾ ਹੋ ਹੀ ਨਹੀਂ ਸਕਦਾ। ਇੱਕ ਪੈਸਾ ਵੀ ਬੇਗਾਨਾ ਹੱਕ ਬੰਦਾ ਨਹੀਂ ਖਾ ਸਕਦਾ ਜੇਕਰ ਲੋਭ ਨਾ ਹੋਵੇ। ਤੇ ਜਿਹੜਾ ਬੰਦਾ ਇੱਕ ਪੈਸਾ ਵੀ ਕਿਸੇ ਦਾ ਬੇਗਾਨਾ ਹੱਕ ਖਾ ਰਿਹਾ ਹੈ ਕਿਸੇ ਵੀ ਰੂਪ ਵਿੱਚ, ਚਾਹੇ ਉਹ ਧਰਮ ਦੀ ਦੁਨੀਆ ਹੈ, ਆਰਥਿਕ ਦੁਨੀਆ ਹੈ, ਰਾਜਨੀਤਿਕ ਜਾਂ ਪਰਿਵਾਰਿਕ ਦੁਨੀਆ ਹੈ, ਉਹ ਬੰਦੇ ਨੂੰ ਮਰਿਆ ਹੋਇਆ ਸਮਝ ਲਓ ਕਿ ਉਹਦੀ ਜ਼ਮੀਰ, ਇਨਸਾਨੀਅਤ ਮਰ ਗਈ ਹੈ। ਤਾਂ ਕਬੀਰ ਜੀ ਕਹਿੰਦੇ ਨੇ ਜਿੱਥੇ ਲੋਭ ਹੋਏਗਾ ਉੱਥੇ ਆਤਮਕ ਮੌਤ ਹੋ ਜਾਏਗੀ। ਹੁਣ ਦੇਖੋ ਇਹ ਕਿੰਨੇ 100 ਸਾਲ ਪਹਿਲਾਂ ਇਹ ਚੀਜ਼ਾਂ ਸਾਨੂੰ ਸਮਝਾਈਆਂ ਜਾ ਰਹੀਆਂ ਨੇ, ਜੋ ਅੱਜ ਵੀ ਸੱਚੀਆਂ ਨੇ, ਉਦੋਂ ਵੀ ਸੱਚੀਆਂ ਸਨ, ਆਉਣ ਵਾਲੇ ਸਮੇਂ ਵਿੱਚ ਵੀ ਸੱਚੀਆਂ ਹੋਣਗੀਆਂ। ਕਾਸ਼ ਬੰਦੇ ਦੀ ਜ਼ਿੰਦਗੀ ਵਿੱਚ ਲੋਭ ਵਾਲੀ ਬਿਰਤੀ ਨਾ ਹੁੰਦੀ ਤਾਂ ਇਸ ਦੁਨੀਆ ਵਿੱਚ 2 ਨੰਬਰ ਦੇ ਧੰਦੇ ਕਦੇ ਨਾ ਹੁੰਦੇ। ਜਹਾਂ ਖਿਮਾ ਤਹਿ ਆਪ, ਖਿਮਾ ਦਾ ਮਤਲਬ ਧੀਰਜ, ਸ਼ਾਂਤੀ।
ਜਿੱਥੇ ਧੀਰਜ ਹੈ, ਜਿੱਥੇ ਸ਼ਾਂਤੀ ਹੈ, ਉਥੇ ਪ੍ਰਭੂ ਆਪ ਵਸਦਾ ਹੈ। ਕਿਸੇ ਨੂੰ ਮੁਆਫ ਕਰ ਦੇਣਾ। ਦੇਖੋ, ਗਲਤੀ ਕਰਨੀ ਇਨਸਾਨੀ ਫਿਤਰਤ ਹੈ। ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ, ਭੁੱਲਣ ਅੰਦਰ ਸਭ ਕੋ। ਲੇਕਿਨ ਮੁਆਫ ਕਰਨਾ ਇਹ ਰੱਬੀ ਸੁਭਾਅ ਹੈ। ਗੁਰੂ ਤੋਂ ਬਿਨਾਂ, ਰੱਬ ਤੋਂ ਬਿਨਾਂ ਮੁਆਫ ਕਰਨਾ ਬਹੁਤ ਔਖਾ ਹੈ। ਮੁਆਫ ਕਰ ਦੇਣਾ ਬਹੁਤ ਔਖਾ ਹੈ। ਤੇ ਬੇਨਤੀ ਕਰਾਂ, ਜੇ ਜ਼ਿੰਦਗੀ ਦੇ ਵਿੱਚ ਮੁਆਫ ਕਰਨ ਦੀ ਜਾਂਚ ਆ ਜਾਏ ਨਾ, ਤੇ ਸਾਡੇ ਬਹੁਤ ਸਾਰੇ ਜਿਹੜੀਆਂ ਸਮੱਸਿਆਵਾਂ ਨੇ ਉਹ ਮੁੱਕ ਸਕਦੀਆਂ ਨੇ। ਮੰਨ ਲਓ ਮੇਰੇ ਤੋਂ ਕੋਈ ਗਲਤੀ ਹੋ ਗਈ। ਗਲਤੀ ਦਾ ਮਤਲਬ ਗਲਤੀ ਹੈ, ਜਾਣ ਬੁੱਝ ਕੇ ਕੰਮ ਕੀਤਾ ਹੋਏ ਉਹ ਅਪਰਾਧ ਹੁੰਦਾ ਹੈ। ਮੇਰੇ ਹੱਥ ਵਿੱਚ ਕੋਈ ਗਲਾਸ ਹੈ, ਉਹ ਡਿੱਗ ਕੇ ਟੁੱਟ ਗਿਆ, ਇਹ ਗਲਤੀ ਹੈ। ਮੇਰੀ ਕੋਈ ਮਨਸ਼ਾ ਨਹੀਂ ਸੀ ਇਹ ਗਲਾਸ ਤੋੜਨ ਦੀ, ਹੱਥ ਚੋਂ ਛੁੱਟ ਗਿਆ, ਟੁੱਟ ਗਿਆ, ਤੇ ਤੁਹਾਡਾ ਬੜਾ ਕੀਮਤੀ ਸੈੱਟ ਸੀ, ਉਹ ਖਰਾਬ ਹੋ ਗਿਆ, ਤੇ ਮੈਂ ਇਹਦੀ ਮੁਆਫੀ ਮੰਗੀ ਤੇ ਤੁਸੀਂ ਮੁਆਫ ਕਰ ਦਿੱਤਾ। ਮੁਆਫ ਕਰਨ ਦਾ ਮਤਲਬ ਦਿਲੋਂ ਇਸ ਗੱਲ ਨੂੰ ਭੁਲਾ ਦਿੱਤਾ ਵੀ ਟੁੱਟ ਗਿਆ, ਸਾਡੇ ਤੋਂ ਵੀ ਟੁੱਟ ਸਕਦਾ ਸੀ। ਮੈਂ ਵੀ ਦਿਲੋਂ ਮੁਆਫੀ ਮੰਗੀ, ਤੁਸੀਂ ਵੀ ਮੁਆਫ ਕਰਤਾ, ਤਾਂ ਸਾਡਾ ਤਾਲਮੇਲ ਉਸੇ ਤਰ੍ਹਾਂ ਬਣਿਆ ਰਹੇਗਾ। ਇਹਨੂੰ ਕਹਿੰਦੇ ਨੇ ਗਲਤੀ। ਕਿ ਅਣਜਾਣਪੁਣੇ ਨਾਲ ਗਲਾਸ ਡਿੱਗਿਆ ਤੇ ਟੁੱਟ ਗਿਆ, ਪਰ ਮੈਨੂੰ ਪਤਾ ਹੈ ਵੀ ਗਲਾਸ ਟੁੱਟਣਾ ਹੈ, ਤੇ ਤੁਸੀਂ ਮੈਨੂੰ ਰੋਕ ਰਹੇ ਹੋ ਵੀ ਗਲਾਸ ਤੋੜੀ ਨਾ, ਤੇ ਮੈਂ ਕੰਧ ਦੇ ਨਾਲ ਤੋੜ ਰਿਹਾ, ਛਾਤੀ ਤੇ ਹੱਥ ਮਾਰ ਕੇ ਮੈਂ ਤੋੜਾਂਗਾ, ਕਰ ਲੈ ਜੋ ਤੇਰੇ ਤੋਂ ਹੁੰਦਾ ਕਰ ਲੈ। ਤਾਂ ਗਲਤੀ ਨਾ ਹੋਈ, ਤਾਂ ਅਪਰਾਧ ਹੋਇਆ। ਹਾਂ, ਇਸ ਲਈ ਮੁਆਫ ਕਰ ਦੇਣਾ ਔਰ ਮੁਆਫੀ ਮੰਗ ਲੈਣੀ ਇੱਕ ਬਹੁਤ ਵੱਡਾ ਗੁਣ ਹੈ। ਇਸ ਲਈ ਜੇ ਅਸੀਂ ਜ਼ਿੰਦਗੀ ਵਿੱਚ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਠੀਕ ਰਾਹਾਂ ਤੇ ਆ ਜਾਏ, ਤਾਂ ਸਾਨੂੰ ਇਹ ਚੀਜ਼ ਅਪਣਾ ਲੈਣੀ ਚਾਹੀਦੀ ਹੈ। ਜੇ ਮੇਰੇ ਤੋਂ ਗਲਤੀ ਹੋ ਗਈ ਹੈ, ਆਪਣੇ ਪਰਿਵਾਰ ਵਿੱਚ, ਰਿਸ਼ਤਿਆਂ ਵਿੱਚ, ਯਾਰਾਂ ਦੋਸਤਾਂ ਵਿੱਚ ਵਰਤਦਿਆਂ, ਤਾਂ ਮੈਨੂੰ ਮੁਆਫੀ ਮੰਗ ਲੈਣੀ ਚਾਹੀਦੀ ਹੈ। ਔਰ ਮੇਰੇ ਯਾਰ ਦੋਸਤ, ਸੱਜਣ ਮਿੱਤਰ ਨੇ, ਉਹਨਾਂ ਨੂੰ ਮੁਆਫ ਕਰ ਦੇਣਾ ਚਾਹੀਦਾ ਹੈ। ਜੇ ਕਿਸੇ ਨੇ ਗਲਤੀ ਕੀਤੀ ਹੈ, ਮੇਰੇ ਤੋਂ ਮੁਆਫੀ ਮੰਗਦਾ ਹੈ, ਤੇ ਮੈਨੂੰ ਮੁਆਫ ਕਰ ਦੇਣਾ ਚਾਹੀਦਾ ਹੈ। ਫਿਰ ਸਾਡਾ ਜਿਹੜਾ ਜੀਵਨ ਹੈ ਫਿਰ ਬਿਲਕੁਲ ਸਹੀ ਉਸੇ ਟਿਕਾਣੇ ਦੇ ਉੱਤੇ ਆ ਜਾਏਗਾ। ਮੈਂ ਵੈਸੇ ਸ਼ੇਰ ਵਗੈਰਾ ਕਦੀ ਸੁਣਾਏ ਨਹੀਂ, ਪਰ ਇੱਕ ਗਾਲਿਬ ਦਾ ਸ਼ੇਰ ਹੈ, ਉਹ ਬੜਾ ਵਧੀਆ, ਉਹ ਮੈਂ ਤੁਹਾਡੇ ਸਾਹਮਣੇ ਰੱਖ ਦਿਆਂ। ਉਹ ਕਹਿੰਦਾ, गालिब ने जिंदगी को कुछ ऐसे आसान कर लिया, किसी से मुआफी मांग ली और किसी को मुआफ कर दिया। ਹੁਣ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਸਨ, ਮੈਂ ਆਪਣੀ ਦਿਮਾਗ ਚੋਂ ਮੁਆਫ ਕਰਦਿਆਂ ਵੀ ਉਹਨਾਂ ਦੀ ਗਲਤੀ ਸੀ, ਮੁਆਫ ਕਰਤਾ, ਤਾਂ ਉਹ ਫਿਰ ਮੈਨੂੰ ਹਰ ਵਕਤ ਮੇਰੇ ਅੰਦਰ ਈਰਖਾ, ਦਵੇਸ਼, ਜਲਨ ਪੈਦਾ ਨਹੀਂ ਹੋਏਗੀ। ਜਿਨ੍ਹਾਂ ਅੱਗੇ ਮੈਂ ਗਲਤੀਆਂ ਕੀਤੀਆਂ ਨੇ, ਮੈਂ ਉਹਨਾਂ ਤੋਂ ਮੁਆਫੀ ਮੰਗ ਲਵਾਂ, ਔਰ ਮੈਂ ਆਪਣੇ ਆਪ ਨੂੰ ਵੀ ਮੁਆਫ ਕਰ ਦਿਆਂ ਕਿ ਮੇਰੇ ਤੋਂ ਜੋ ਗਲਤੀਆਂ ਭੁੱਲਾਂ ਹੋਈਆਂ, ਮੈਂ ਅੱਜ ਤੋਂ ਆਪਣੇ ਆਪ ਨੂੰ ਮੁਆਫ ਕਰਨਾ। ਪਿਛਲੀਆਂ ਗਲਤੀਆਂ ਭੁੱਲਾਂ ਦੇ ਉੱਤੇ ਮੈਂ ਮਿੱਟੀ ਪਾਉਂਦਾ ਹਾਂ। ਅੱਗੇ ਤੋਂ ਮੈਂ ਜ਼ਿੰਦਗੀ ਠੀਕ ਰਾਹਾਂ ਤੇ ਜੀਵਾਂਗਾ, ਮੇਰਾ ਜੀਵਨ ਆਸਾਨ ਹੋ ਸਕਦਾ ਹੈ। ਔਰ ਜੇ ਗਲਤੀਆਂ ਭੁੱਲਾਂ ਹੋਈਆਂ ਨੇ, ਪ੍ਰਭੂ ਦੇ ਅੱਗੇ ਆਣ ਕੇ ਬੇਨਤੀ ਕਰੋ, ਆਪਣੀਆਂ ਭੁੱਲਾਂ ਨੂੰ ਸਵੀਕਾਰ ਕਰੋ, ਤੇ ਅੱਗੇ ਤੋਂ ਠੀਕ ਰਾਹਾਂ ਤੇ ਤੁਰਨ ਦੀ ਪ੍ਰੋਮਿਸ ਕਰੋ। ਜੀਵਨ ਸੁਧਰ ਜਾਏਗਾ। ਪਿਛਲੇ ਔਗਣ ਬਖਸ਼ ਲੈ ਪ੍ਰਭ, ਆਗੇ ਮਾਰਗ ਪਾਵੇ। ਜਦੋਂ ਅਸੀਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦੇ ਹਾਂ, ਗੁਰੂ ਸਾਡੀਆਂ ਪਿਛਲੀਆਂ ਗਲਤੀਆਂ ਨੂੰ ਖਤਮ ਕਰਕੇ ਅੱਗੋਂ ਤੋਂ ਸਿੱਧੇ ਰਾਹ ਤੇ ਪਾ ਦਿੰਦਾ ਹੈ। ਤਾਂ ਇਸ ਪਾਵਨ ਸ਼ਲੋਕ ਚੋਂ ਸਾਨੂੰ ਜੀਣ ਲਈ ਸੇਧ ਮਿਲ ਰਹੀ ਹੈ। ਅਸੀਂ ਗਿਆਨ ਦੀ ਵਰਤੋਂ ਕਰਨੀ ਹੈ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣੀ ਹੈ। ਜਿੱਥੇ ਗਿਆਨ ਹੋਏਗਾ, ਉੱਥੇ ਆਪਣੇ ਫਰਜ਼ ਪੂਰੇ ਕੀਤੇ ਜਾਣਗੇ। ਜੋ ਫਰਜ਼ਾਂ ਨੂੰ ਪੂਰਿਆਂ ਕਰੇਗਾ, ਉਹ ਧਰਮੀ ਹੋਏਗਾ। ਤੇ ਜੇ ਝੂਠ ਬੋਲਾਂਗੇ ਤਾਂ ਉਹ ਪਾਪ ਹੈ। ਇਸ ਲਈ ਇਸ ਪਾਪ ਨੂੰ ਛੱਡਣਾ ਹੈ। ਲੋਭ ਜਿੱਥੇ ਹੈ, ਉੱਥੇ ਆਤਮਕ ਮੌਤ ਹੋਵੇਗੀ। ਇਸ ਲਈ ਆਤਮਕ ਮੌਤ ਤੋਂ ਬਚਣ ਲਈ ਲੋਭ ਦਾ ਤਿਆਗ ਕਰਕੇ ਸੰਤੋਖ ਦੇ ਧਾਰਨੀ ਹੋਣਾ ਹੈ। ਔਰ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਸ਼ਾਂਤੀ ਪੈਦਾ ਕਰਨੀ ਹੈ, ਕਿਉਂਕਿ ਖਿਮਾ ਉਹ ਹੀ ਕਰ ਸਕਦਾ ਜਿਸ ਦੇ ਅੰਦਰ ਸ਼ਾਂਤੀ ਹੋਵੇ। ਤੇ ਜਿੱਥੇ ਸ਼ਾਂਤੀ ਹੈ, ਉੱਥੇ ਪ੍ਰਭੂ ਆਪ ਹੁੰਦਾ ਹੈ, ਉੱਥੇ ਪ੍ਰਭੂ ਆਪ ਹਾਜ਼ਰ ਹੋ ਜਾਂਦਾ ਹੈ। ਭਾਵ ਉਹ ਮਨੁੱਖ ਰੱਬ ਦਾ ਹੀ ਰੂਪ ਹੋ ਜਾਂਦਾ ਹੈ। ਕਬੀਰ ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨੀਵਰ ਗਲੇ, ਮਾਨ ਸਭੈ ਕੋ ਖਾਏ। ਇਹ ਸ਼ਬਦ ਮੁਨਵਰ ਨਹੀਂ ਪੜਨਾ, ਨੰਨੇ ਦੇ ਨਾਲ ਥੋੜੀ ਜਿਹੀ ਸਿਹਾਰੀ ਦੀ ਆਵਾਜ਼ ਆਏਗੀ, ਮੁਨੀਵਰ। ਮੁਨੀ ਵੀ ਨਹੀਂ ਪੜਨਾ, ਜਿਵੇਂ ਪਹਿਲੇ ਸ਼ਬਦ ਨੂੰ ਪੜਿਆ ਨਾ ਮੁਨੀ, ਇੱਥੇ ਬਿਹਾਰੀ ਦੀ ਆਵਾਜ਼ ਆ ਰਹੀ ਹੈ। ਮਾਨ ਮੁਨੀ, ਇੱਥੇ ਬਿਹਾਰੀ ਦੀ ਆਵਾਜ਼ ਆ ਰਹੀ ਹੈ। ਤਾਂ ਅਗਲੇ ਸ਼ਬਦ ਨੂੰ ਮੁਨੀਵਰ ਨਹੀਂ ਪੜਨਾ, ਨਾ ਮੁਨਵਰ ਪੜਨਾ ਹੈ। ਨੰਨੇ ਨਾਲ ਥੋੜੀ ਜਿਹੀ ਸਿਹਾਰੀ ਦੀ ਆਵਾਜ਼ ਆਏਗੀ, ਮੁਨੀਵਰ।
ਮਾਨ ਮੁਨੀ ਮੁਨੀਵਰ ਗਲੇ ਮਾਨ ਸਭੈ ਕੋ ਖਾਏ। ਹੁਣ ਦੇਖੋ ਇਸ ਸ਼ਲੋਕ ਦੇ ਅੰਦਰ ਸਾਡਾ ਇੱਕ ਬਹੁਤ ਵੱਡਾ ਭਰਮ ਔਰ ਭੁਲੇਖਾ ਕੱਢਿਆ ਜਾ ਰਿਹਾ, ਜਿਸ ਤੋਂ ਸਾਨੂੰ ਬਚਣ ਦੀ ਲੋੜ ਹੈ। ਮਾਇਆ ਤਜੀ ਤਾਂ ਕਿਆ ਪਿਆ, ਕਿਆ ਪਿਆ ਦਾ ਮਤਲਬ ਕੀ ਹੋ ਗਿਆ? ਊਚ ਭਵਨ ਕਨ ਕਾਮਨੀ, ਜਾਂ ਜਿਹੜੇ ਪਦਾਰਥ ਨੇ, ਔਰਤ ਹੈ, ਇਹਨੂੰ ਤਿਆਗ ਦਿੱਤਾ। ਆਮ ਲੋਕ ਕਹਿੰਦੇ ਨੇ ਇਹ ਤਿਆਗ ਹੈ, ਔਰ ਇੱਕ ਬਹੁਤ ਵੱਡਾ ਫਰਾਡ ਹੈ। ਇਹ ਮਾਇਆ ਦਾ ਜਿਹੜਾ ਤਿਆਗ ਹੈ ਨਾ, ਇਹ ਬਹੁਤ ਵੱਡਾ ਫਰਾਡ, ਧਰਮ ਦੇ ਨਾਮ ਦੇ ਉੱਤੇ ਬਹੁਤ ਵੱਡੀ ਠੱਗੀ ਹੈ। ਕਿਉਂਕਿ ਕੁਝ ਚਲਾਕ ਕਿਸਮ ਦੇ ਲੋਕਾਂ ਨੇ, ਜਿਹੜੇ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਨਹੀਂ ਕਰ ਪਾਏ, ਉਸ ਘਰ ਨੂੰ ਛੱਡ ਕੇ ਭੱਜ ਗਏ, ਤਿਆਗੀ ਹੋ ਗਏ। ਗੁਰਬਾਣੀ ਵਿੱਚ ਇੱਕ ਵਚਨ ਆਇਆ ਹੈ, ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ। ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ। ਅਪਦਾ ਦਾ ਮਤਲਬ ਮੁਸੀਬਤਾਂ ਦਾ ਮਾਰਿਆ ਹੋਇਆ ਘਰ ਛੱਡ ਕੇ ਭੱਜ ਜਾਂਦਾ ਹੈ। ਹੁਣ ਦੇਖੋ, ਘਰ ਦੀਆਂ ਲੋੜਾਂ ਤੁਸੀਂ ਸਾਰੇ ਵੀਰ ਭੈਣਾਂ ਪੂਰੀਆਂ ਕਰਦੇ ਹੋ, ਕਿੰਨਾ ਔਖਾ ਹੈ ਨਾ। ਪਹਿਲਾਂ ਤੇ ਪਤੀ ਪਤਨੀ ਦੀ ਆਪਸ ਵਿੱਚ ਬਣਾ ਕੇ ਰੱਖਣੀ ਵੀ ਬੜੀ ਔਖੀ ਹੈ, ਸਾਰਿਆਂ ਦੀ ਨਹੀਂ ਬਣਦੀ। ਆਮ ਕਰਕੇ ਕਹਾਵਤ ਹੈ ਨਾ, ਜੋੜੀਆਂ ਜਗ ਥੋੜੀਆਂ ਤੇ ਨਰੜ ਬਥੇਰੇ। ਜੋੜੀਆਂ ਘੱਟ ਨੇ ਜਿਨ੍ਹਾਂ ਦਾ ਤਾਲਮੇਲ ਬਹਿ ਜਾਂਦਾ ਹੈ, ਤੇ ਨਰੜ ਦਾ ਮਤਲਬ ਹੁੰਦਾ ਜਿਵੇਂ ਢੱਗੇ ਨੂੰ ਕਿਸੇ ਨੂੰ ਨਰੜਿਆ ਨਹੀਂ ਹੁੰਦਾ, ਵੱਜਿਆ ਹੁੰਦਾ, ਵਿਚਾਰਾ ਛੱਡ ਕੇ ਭੱਜ ਨਹੀਂ ਸਕਦਾ। ਤੇ ਐਵੇਂ ਨਰੜੇ ਬਥੇਰੇ ਨੇ, ਇੱਕ ਦੂਜੇ ਨਾਲ ਨਰੜੇ ਹੋਏ ਨੇ, ਨਿਭਾਈ ਜਾ ਰਹੇ ਨੇ, ਔਖੇ ਸੁੱਖੇ ਭੱਜਣ ਜੋਗੇ ਹੈ ਨਹੀਂ, ਪਰ ਨਿਭ ਵੀ ਨਹੀਂ ਰਹੀ ਚੱਜ ਨਾਲ। ਨਰੜ ਬਥੇਰੇ ਨੇ, ਜੋੜੀਆਂ ਥੋੜੀਆਂ ਨੇ। ਜੇ ਪਤੀ ਪਤਨੀ, ਆਮ ਕਰਕੇ ਇੱਕ ਚੁਟਕਲਾ ਫਿਰਦਾ ਨਾ WhatsApp ਤੇ, ਵੀ ਵਿਆਹ ਕੀ ਹੈ, ਬਿਜਲੀ ਦੀਆਂ ਦੋ ਤਾਰਾਂ, ਜੇ ਤੇ ਠੀਕ ਜੁੜ ਜਾਣ ਫਿਰ ਤੇ ਚਾਨਣਾ ਹੋ ਜਾਂਦਾ ਹੈ, ਤੇ ਜੇ ਗਲਤ ਜੁੜ ਜਾਣ ਫਿਰ ਪਟਾਕੇ ਪੈਂਦੇ ਨੇ। ਤੇ ਚਾਨਣਾ ਥੋੜਿਆਂ 'ਚ, ਪਟਾਕੇ ਜ਼ਿਆਦੇ ਪੈ ਰਹੇ ਨੇ। ਇਸ ਲਈ ਜਿਨ੍ਹਾਂ ਦੇ ਪਟਾਕੇ ਪੈਂਦੇ ਨੇ ਉਹ ਫਿਰ ਛੱਡ ਕੇ ਭੱਜ ਜਾਂਦੇ ਨੇ। ਦੇਖੋ, ਮਕਾਨ ਲੈਣਾ, ਜ਼ਮੀਨ ਖਰੀਦਣੀ, ਬੱਚੇ ਪੜ੍ਹਾਣੇ, ਘਰਵਾਲੀ ਦੀਆਂ ਮੰਗਾਂ ਪੂਰੀਆਂ ਕਰਨੀਆਂ, ਰਿਸ਼ਤੇਦਾਰਾਂ ਨੂੰ ਨਿਭਾਉਣਾ, ਸਾਰਾ ਕੁਝ ਕਿੰਨਾ ਔਖਾ ਹੈ, ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਤੇ ਜਿਨ੍ਹਾਂ ਤੋਂ ਫਿਰ ਇਹ ਮਿਹਨਤ ਨਹੀਂ ਹੁੰਦੀ, ਫਿਰ ਉਹਨੂੰ ਸਿਆਪਾ ਸਮਝ ਕੇ ਛੱਡ ਕੇ ਭੱਜ ਜਾਂਦੇ ਨੇ। ਇਹਨੂੰ ਕਹਿੰਦੇ ਨੇ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ। ਭੱਜੇ ਹੋਏ ਨੇ ਅਪਦਾ ਦੇ ਮਾਰੇ, ਤੇ ਬਾਹਰ ਜਾ ਕੇ ਕਹਿ ਦਿੱਤਾ ਅਸੀਂ ਤਿਆਗੀ ਹਾਂ ਜੀ, ਅਸੀਂ ਤੇ ਤਿਆਗ ਕਰਕੇ ਆਏ ਹਾਂ। ਤੇ ਫਿਰ ਅਗਲੀ ਗੱਲ ਇਹਨਾਂ ਤਿਆਗੀਆਂ ਨੇ ਕੀ ਕੀਤੀ ਕਿ ਤਿਆਗ ਕਰਨਾ ਬਹੁਤ ਔਖਾ ਹੈ, ਬਹੁਤ ਔਖਾ ਹੈ, ਬਹੁਤ ਔਖਾ ਹੈ। ਇਹ ਗੱਲਾਂ ਹਜ਼ਾਰਾਂ ਨਹੀਂ ਲੱਖਾਂ ਵਾਰ ਕਹੀਆਂ ਗਈਆਂ ਕਿ ਤਿਆਗ ਕਰਨਾ ਬੜਾ ਔਖਾ ਹੈ ਜੀ। ਘਰ ਬੱਚੇ ਛੱਡਣੇ ਸੌਖੇ ਨੇ, ਬੱਚੇ ਛੱਡਣੇ ਕਿਤੇ ਸੌਖੇ ਨੇ, ਘਰ ਛੱਡਣਾ ਕਿਤੇ ਸੌਖਾ ਹੈ। ਇਹ ਗੱਲਾਂ ਲੱਖਾਂ ਵਾਰ ਕਹੀਆਂ ਗਈਆਂ ਤੇ ਗ੍ਰਸਤੀ ਵਿਚਾਰਿਆਂ ਨੇ ਮੰਨ ਲਈਆਂ, ਯਾਰ ਗੱਲ ਤੇ ਠੀਕ ਹੈ ਵੀ ਔਖਾ ਹੀ ਇਹ ਕੰਮ ਤੇ ਹੈ। ਭੱਜੇ ਹੋਏ ਸਨ, ਪ੍ਰਚਾਰ ਪੁੱਠਾ ਕੀਤਾ, ਔਰ ਅਸੀਂ ਗ੍ਰਸਤੀਆਂ ਨੇ ਇਹ ਚੀਜ਼ ਮੰਨ ਲਈ ਵੀ ਤਿਆਗ ਕਰਨਾ ਔਖਾ ਹੈ, ਬੜਾ ਵੱਡਾ ਕੰਮ ਹੈ। ਪਹਿਲੀ ਗੱਲ। ਦੂਜੀ ਗੱਲ, ਫਿਰ ਉਹਨਾਂ ਨੇ ਇਹ ਧਮਾਈ ਕਿ ਜਿਹੜੇ ਇਹ ਔਖਾ ਕੰਮ ਕਰਦੇ ਨੇ ਉਹ ਬੜੇ ਮਹਾਨ ਹੁੰਦੇ ਨੇ, ਕੋਈ ਛੋਟੇ ਮੋਟੇ ਥੋੜੀ ਹੁੰਦੇ ਨੇ, ਉਹ ਮਹਾਨ ਨੇ ਜਿਨ੍ਹਾਂ ਨੇ ਔਖਾ ਕੰਮ ਕੀਤਾ ਹੈ। ਜਿਵੇਂ ਹਿਮਾਲੇ ਦੀ ਚੋਟੀ ਤੇ ਚੜਿਆ ਕੋਈ ਮਹਾਨ ਹੈ ਨਾ, ਤੇ ਉਹ ਕਹਿੰਦੇ ਨੇ ਔਖਾ ਕੰਮ ਸੀ, ਅਸੀਂ ਕੀਤਾ, ਅਸੀਂ ਮਹਾਨ ਹਾਂ, ਮਹਾਨ ਹਾਂ, ਮਹਾਨ ਹਾਂ, ਮਹਾਨ ਹਾਂ। ਇਹ ਚੀਜ਼ਾਂ ਲੱਖਾਂ ਵਾਰੀ ਕਹਿਣ ਦੇ ਨਾਲ ਅਸਾਂ ਇਹ ਮੰਨ ਲਿਆ ਵੀ ਵਾਸਤਵ 'ਚ ਯਾਰ ਇਹ ਮਹਾਨ ਨੇ। ਦੂਜੀ ਗੱਲ ਅਸੀਂ ਇਹ ਮੰਨ ਲਈ। ਫਿਰ ਤੀਜੀ ਗੱਲ ਇਹ ਮਨਾਈ ਗਈ ਵੀ ਜਿਹੜੇ ਇਹ ਤਿਆਗ ਨਹੀਂ ਕਰ ਸਕੇ ਉਹ ਨੀਵੇਂ ਨੇ, ਉਹ ਛੋਟੇ ਨੇ। ਤੇ ਅਸੀਂ ਇਹ ਵੀ ਮੰਨ ਲਿਆ ਵੀ ਠੀਕ ਯਾਰ, ਬਾਬੇ ਮਹਾਨ ਨੇ, ਅਸੀਂ ਛੋਟੇ ਹਾਂ, ਅਸੀਂ ਤੇ ਨੀਵੇਂ ਹਾਂ। ਤੀਜੀ ਗੱਲ ਲੱਖਾਂ ਵਾਰੀ ਕਹਿਣ ਨਾਲ ਅਸੀਂ ਇਹ ਵੀ ਮੰਨ ਲਈ। ਤੇ ਫਿਰ ਚੌਥੀ ਗੱਲ ਇਹ ਕਹੀ ਗਈ ਕਿ ਜਿਹੜੇ ਮਹਾਨ ਛੋਟੇ ਹੁੰਦੇ ਨੇ ਨਾ, ਉਹਨਾਂ ਦਾ ਫਰਜ਼ ਬਣਦਾ ਉਹ ਵੱਡਿਆਂ ਦੀ ਸੇਵਾ ਕਰਨ, ਵੱਡਿਆਂ ਦੀ ਪਾਲਣਾ ਕਰਨ। ਲੱਖਾਂ ਵਾਰੀ ਕਿਹਾ ਗਿਆ, ਅਸੀਂ ਉਹ ਵੀ ਮੰਨ ਲਈ ਕਿ ਅਸੀਂ ਇਹਨਾਂ ਤਿਆਗੀਆਂ ਦੀ ਪਾਲਣਾ ਕਰਨ ਲੱਗ ਗਏ, ਆਪਣੀ ਕਮਾਈ ਲੁਟਾਉਣ ਲੱਗ ਗਏ। ਤੇ ਕਬੀਰ ਜੀ ਕਹਿੰਦੇ ਨੇ ਇਹ ਟੁੱਟੀ ਦਵਾਨੀ ਦਾ ਵੀ ਕੰਮ ਨਹੀਂ ਹੈ। ਜਿਹੜਾ ਤਿਆਗ ਹੈ ਨਾ, ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਕਬੀਰ ਮਾਇਆ ਤਜੀ ਤਾਂ ਕਿਆ ਪਿਆ। ਕਬੀਰ ਜੀ ਕਹਿੰਦੇ ਨੇ ਜੇ ਪੈਸੇ ਚਾਰ ਛੱਡ ਆਏ ਤੇ ਫਿਰ ਕੀ ਹੋਇਆ, ਕੋਈ ਵੱਡੀ ਗੱਲ ਹੈ? ਇਹ ਤੇ ਕੱਖ ਵੀ ਨਹੀਂ, ਟੁੱਟੀ ਦਵਾਨੀ ਦਾ ਕੰਮ ਨਹੀਂ ਹੈ। ਜੋ ਮਾਨ ਤਜਿਆ ਨਹੀਂ ਜਾਏ, ਜੇ ਹੰਕਾਰ ਨਹੀਂ ਤਿਆਗਿਆ ਤੇ ਕੁਛ ਵੀ ਨਹੀਂ ਤਿਆਗਿਆ। ਕਿਉਂਕਿ ਮੇਨ ਚੀਜ਼ ਤੇ ਹੰਕਾਰ ਦੀ ਸੀ ਨਾ। ਹਉਮੈ ਦੀਰਘ ਰੋਗ ਹੈ, ਚਾਹੇ ਉਹ ਇਨਫੀਰੀਓਰਿਟੀ ਕੰਪਲੈਕਸ ਹੈ ਜਾਂ ਸੁਪਰੀਓਰਿਟੀ ਕੰਪਲੈਕਸ ਹੈ।
ਹੁਣ ਕਿਸੇ ਦੇ ਅੰਦਰ ਇਨਫੀਰੀਓਰਿਟੀ ਕੰਪਲੈਕਸ ਤੇ ਦੂਜੇ ਦੇ ਅੰਦਰ ਸੁਪਰੀਓਰਿਟੀ ਕੰਪਲੈਕਸ, ਆਪਣੇ ਨਾਮਾਂ ਦੇ ਨਾਲ ਆਪ ਹੀ ਗਿਆਨੀ ਤੇ ਬ੍ਰਹਮ ਗਿਆਨੀ ਤੇ 108 ਤੇ 1008 ਲਗਾ ਲੈਣਾ, ਵੱਡੇ ਵੱਡੇ ਡੇਰੇ, ਵੱਡੇ ਵੱਡੇ ਚੇਲੇ, ਵੱਡੀਆਂ ਵੱਡੀਆਂ ਬੰਗਲੇ ਔਰ ਕਿੰਨਾ ਕੁਛ। ਕਬੀਰ ਜੀ ਕਹਿੰਦੇ ਨੇ ਜੇ ਮਾਨ ਨਹੀਂ ਤਿਆਗਿਆ, ਹੰਕਾਰ ਨਹੀਂ ਤਿਆਗਿਆ, ਤਾਂ ਫਿਰ ਇਹ ਮਾਇਆ ਤਜਨੀ, ਇਹ ਤੇ ਟੁੱਟੀ ਦੁਆਨੀ ਦਾ ਵੀ ਕੰਮ ਨਹੀਂ ਹੈ। ਮਾਇਆ ਤਿਆਗ ਦਿੱਤੀ ਤਾਂ ਕੁਛ ਨਹੀਂ ਸਮਰਦਾ, ਕਿਉਂਕਿ ਦੇਸ਼ ਛੋੜ ਪਰਦੇਸੈਂ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਦੇਸ਼ ਛੋੜ ਕੇ ਪਰਦੇਸ ਚਲਾ ਗਿਆ, ਪਹਿਲੋਂ ਗੁਆਂਢੀਆਂ ਨਾਲ ਲੜਦਾ ਸੀ, ਹੁਣ ਬਾਬੇ ਇੱਕ ਦੂਜੇ ਨਾਲ ਗੋਲੀਆਂ ਨਾਲ ਬੰਦੇ ਮਾਰਦੇ ਨੇ। ਫਰਕ ਕੀ ਪਿਆ? ਦੇਸ਼ ਛੋੜ ਪਰਦੇਸੈਂ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ, ਕਾਨ ਫਰਾਏ ਹਿਰਾਏ ਟੂਕਾ, ਘਰ ਘਰ ਮੰਗੇ ਤ੍ਰਿਪਤਾਵਨ ਤੇ ਚੂਕਾ, ਬਨਤਾ ਛੋੜ ਬਦ ਨਦਰ ਪਰ ਨਾਰੀ। ਆਪਣੀ ਘਰ ਵਾਲੀ ਘਰ ਛੱਡ ਕੇ ਆਇਆ ਤੇ ਹੁਣ ਉਥੋਂ ਡੇਰੇ ਤੋਂ ਕਿਸੇ ਦੀ ਕੱਢ ਕੇ ਭੱਜ ਗਿਆ। ਬਨਤਾ ਛੋੜ ਬਦ ਨਦਰ ਪਰ ਨਾਰੀ, ਵੇਸ ਨਾ ਪਾਈਏ ਮਹਾਂ ਦੁਖਿਆਰੀ। ਤਿਆਗਣੀ ਈਗੋ ਸੀ, ਉਹ ਨਹੀਂ ਤਿਆਗੀ। ਤਾਂ ਕਬੀਰ ਜੀ ਕਹਿੰਦੇ ਨੇ ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਮੁਨਵਰ ਦਾ ਮਤਲਬ ਚੁਣਵੇਂ ਮੁਨੀ, ਵੱਡੇ ਵੱਡੇ ਰਿਸ਼ੀ। ਮੁਨੀਵਰ ਦਾ ਮਤਲਬ ਵੱਡੇ ਵੱਡੇ ਮੁਨੀ, ਵੱਡੇ ਵੱਡੇ ਤਿਆਗੀ, ਵੱਡੇ ਵੱਡੇ ਰਿਸ਼ੀ, ਵੱਡੇ ਵੱਡੇ ਬਾਬੇ। ਮਾਨ ਮੁਨੀ ਮੁਨੀਵਰ ਗਲੇ, ਗਲੇ ਦਾ ਮਤਲਬ ਹੰਕਾਰ ਦੇ ਨਾਲ ਗਲ ਗਏ, ਸੜ ਗਏ। ਮਾਨ ਸਭੈ ਕੋ ਖਾਏ, ਵੱਡੇ ਵੱਡੇ ਰਿਸ਼ੀ ਮੁਨੀ ਤਿਆਗ ਦੇ ਇਸ ਮਾਨ ਹੰਕਾਰ ਵਿੱਚ ਗਲ ਜਾਂਦੇ ਨੇ ਕਿ ਅਸੀਂ ਤਿਆਗ ਕੀਤਾ ਹੋਇਆ ਹੈ, ਅਸੀਂ ਤਿਆਗੀ ਹਾਂ। ਇਸ ਹੰਕਾਰ ਦੇ ਵਿੱਚ ਗਲੇ ਪੈਣਾ, ਤੇ ਗਲੀ ਚੀਜ਼ ਦੀ ਕੋਈ ਵੈਲਿਊ ਨਹੀਂ ਹੁੰਦੀ। ਜੇ ਅਮਰੂਦ ਲੈਣ ਜਾਓ, ਗਲੇ ਅਮਰੂਦ ਨਹੀਂ ਲਓਗੇ ਨਾ ਤੁਸੀਂ, ਪਰਾਂ ਸੁੱਟਦੇ ਹੋ। ਕੇਲੇ ਗਲੇ ਹੁਣ ਨਹੀਂ ਲੈਂਦੇ, ਸੇਬ ਗਲੇ ਹੋਏ ਨਹੀਂ ਲੈਂਦੇ, ਪਰ ਗਲੇ ਹੋਏ ਬਾਬਿਆਂ ਨੂੰ ਬੜਾ ਪੂਜਦੇ ਹੋ। ਗਲੇ ਹੋਏ ਨੇ। ਮਾਨ ਮੁਨੀ ਮੁਨੀਵਰ ਗਲੇ, ਵੱਡੇ ਵੱਡੇ ਰਿਸ਼ੀ ਮੁਨੀ ਤਿਆਗ ਦੇ ਇਸ ਮਾਨ ਹੰਕਾਰ ਵਿੱਚ ਗਲ ਜਾਂਦੇ ਨੇ। ਮਾਨ ਸਭੈ ਕੋ ਖਾਏ, ਇਹ ਮਾਨ, ਇਹ ਹੰਕਾਰ ਕਿਸੇ ਦਾ ਲਿਹਾਜ਼ ਨਹੀਂ ਕਰਦਾ, ਇਹ ਮਾਨ ਹਰ ਇੱਕ ਨੂੰ ਹੀ ਖਾ ਜਾਂਦਾ ਹੈ। ਜਿਹੜਾ ਵੀ ਪ੍ਰਾਣੀ ਹੰਕਾਰ ਕਰੇਗਾ, ਉਹ ਮਾਨ ਉਹਦੇ ਆਤਮਿਕ ਜੀਵਨ ਨੂੰ ਖਾ ਜਾਏਗਾ, ਖਤਮ ਕਰ ਦੇਵੇਗਾ। ਕਿਉਂਕਿ ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਹਰ ਜੂ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਇਸ ਲਈ ਇਸ ਪਾਵਨ ਸ਼ਲੋਕ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਇਹ ਇਸਤਰੀ ਜਾਂ ਪੈਸਾ ਜਾਂ ਘਰ, ਇਹਨਾਂ ਨੂੰ ਛੱਡ ਕੇ ਚਲੇ ਜਾਣਾ ਇਹ ਕੋਈ ਵੱਡੀ ਪ੍ਰਾਪਤੀ ਨਹੀਂ ਹੈ। ਸਗੋਂ ਸੰਸਾਰ ਦੇ ਅੰਦਰ ਰਹਿੰਦਿਆਂ, ਗ੍ਰਸਥ ਦੇ ਅੰਦਰ ਰਹਿੰਦਿਆਂ, ਈਗੋ ਹੰਕਾਰ ਮਾਣ ਦਾ ਤਿਆਗ ਕਰਕੇ ਰੱਬੀ ਰਜਾ ਦੇ ਅੰਦਰ ਜ਼ਿੰਦਗੀ ਜੀਣ ਵਾਲਾ ਬੰਦਾ ਹੀ ਮਹਾਨ ਹੋ ਸਕਦਾ ਹੈ। ਅਗਲਾ ਬਚਨ ਕਰਦੇ ਨੇ ਕਬੀਰ, ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਹਿਆ ਏਕ, ਲਾਗਤ ਹੀ ਭੋਏ ਮਿਲ ਗਿਆ, ਪਰਿਆ ਕਲੇਜੇ ਛੇਕ। ਕਬੀਰ ਤੇ ਥੋੜਾ ਜਿਹਾ ਰੁਕਾਂਗੇ। ਕਬੀਰ, ਸਾਚਾ ਸਤਿਗੁਰ ਮੈਂ ਮਿਲਿਆ। ਮੈਂ ਦਾ ਮਤਲਬ ਇੱਥੇ ਹੈਗਾ ਮੈਨੂੰ। ਜੋ ਦਾ ਮਤਲਬ ਸ਼ਬਦ, ਜੋ ਦਾ ਮਤਲਬ ਜਦੋਂ, ਬਾਹਿਆ ਦਾ ਮਤਲਬ ਤੀਰ ਚਲਾਇਆ। ਤੀਰ ਚਲਾਇਆ ਦਾ ਮਤਲਬ ਸ਼ਬਦ ਸੁਣਾਇਆ, ਮੈਨੂੰ ਉਪਦੇਸ਼ ਦਿੱਤਾ। ਤੇ ਉਹ ਉਪਦੇਸ਼ ਤੀਰ ਜਿਵੇਂ ਚਲਾਈ ਦਾ ਨਾ, ਤੇ ਤੀਰ ਵਿੰਨ ਦਿੰਦਾ ਕਿਸੇ ਨੂੰ, ਉਵੇਂ ਉਹ ਸ਼ਬਦ ਮੇਰੇ ਹਿਰਦੇ ਵਿੱਚ ਵਿਝ ਗਿਆ। ਕਬੀਰ ਜੀ ਕਹਿੰਦੇ ਨੇ ਹੀਰਾ ਜਨਮ ਬਚਾਉਣ ਲਈ ਮੈਨੂੰ ਗ੍ਰਸਥ ਤਿਆਗਣ ਦੀ ਲੋੜ ਨਹੀਂ ਹੈ। ਹੀਰਾ ਜਨਮ ਬਚਾਉਣ ਲਈ, ਹੀਰਾ ਹਾਟ ਵਿਕਾਏ, ਇਹ ਹੀਰਾ ਜਨਮ ਬਚਾਉਣ ਵਾਸਤੇ ਮੈਨੂੰ ਗ੍ਰਸਥ ਤਿਆਗਣ ਦੀ ਲੋੜ ਨਹੀਂ ਕਿ ਮੈਂ ਘਰ ਛੱਡਾਂ, ਜੰਗਲਾਂ ਵਿੱਚ ਜਾਵਾਂ, ਮਾਲਾ ਫੇਰਾਂ, ਸਮਾਧੀਆਂ ਲਾਵਾਂ, ਦਸਮ ਦੁਆਰ ਵਿੱਚ ਪ੍ਰਾਣ ਚੜਾਵਾਂ, ਮੈਂ ਤੀਰਥਾਂ ਤੇ ਨਹਾਵਾਂ। ਐਸੇ ਕਰਮ ਕਰਨ ਦੀ ਮੈਨੂੰ ਲੋੜ ਨਹੀਂ ਹੈ। ਸਾਚਾ ਸਤਿਗੁਰੂ ਮੈਂ ਮਿਲਿਆ, ਮੈਨੂੰ ਪੂਰਾ ਗੁਰੂ ਮਿਲ ਪਿਆ ਹੈ। ਸ਼ਬਦ ਜੋ ਬਾਹਿਆ ਏਕ, ਤੇ ਉਹਨੇ ਮੈਨੂੰ ਇੱਕ ਸ਼ਬਦ ਦਾ ਬਾਣ ਮਾਰਿਆ ਹੈ, ਭਾਵ ਮੈਨੂੰ ਉਹਨੇ ਉਪਦੇਸ਼ ਦਿੱਤਾ ਹੈ, ਗਿਆਨ ਦਿੱਤਾ ਹੈ, ਵੇ ਆਫ ਲਾਈਫ ਦਿੱਤਾ ਹੈ, ਜੀਵਨ ਦਾ ਢੰਗ ਦਿੱਤਾ ਹੈ, ਜੀਵਨ ਦੀ ਜੁਗਤ ਸਮਝਾਈਏ ਕਿ ਜ਼ਿੰਦਗੀ ਜੀਣੀ ਕਿਵੇਂ ਹੈ, ਸੰਸਾਰ ਵਿੱਚ ਰਹਿੰਦਿਆਂ ਨਿਰਲੇਪ ਕਿਵੇਂ ਹੋਣਾ ਹੈ, ਸੰਸਾਰ ਵਿੱਚ ਰਹਿੰਦਿਆਂ ਨਿਰੰਕਾਰ ਦੇ ਅੰਦਰ ਅਭੇਦ ਕਿਵੇਂ ਹੋਣਾ ਹੈ। ਮੈਨੂੰ ਗੁਰੂ ਨੇ ਉਹ ਉਪਦੇਸ਼ ਦਿੱਤਾ ਹੈ, ਇਸ ਲਈ ਮੈਨੂੰ ਸੰਸਾਰ ਤਿਆਗਣ ਦੀ ਲੋੜ ਨਹੀਂ।
ਬਾਬਾ ਬਣਨ ਦੀ ਲੋੜ ਨਹੀਂ, ਭੋਰਿਆਂ ਵਿੱਚ ਵੜਨ ਦੀ ਲੋੜ ਨਹੀਂ, ਪਹਾੜਾਂ ਤੇ ਚੜਨ ਦੀ ਲੋੜ ਨਹੀਂ, ਵਿਖਾਵੇ ਦੇ ਜਪ ਤਪ ਕਰਨ ਦੀ ਲੋੜ ਨਹੀਂ, ਵਿਖਾਵੇ ਦੀਆਂ ਸਮਾਧੀਆਂ ਲਾਉਣ ਦੀ ਲੋੜ ਨਹੀਂ, ਮਾਲਾ ਫੇਰਨ ਦੀ ਲੋੜ ਨਹੀਂ, ਦਸਮ ਦੁਆਰ ਵਿੱਚ ਪ੍ਰਾਨ ਚੜਾਉਣ ਦੀ ਲੋੜ ਨਹੀਂ, ਈੜਾ ਪਿੰਗਲਾ ਸਾਧਨ ਦੀ ਜ਼ਰੂਰਤ ਨਹੀਂ ਹੈ। ਗੁਰੂ ਨੇ ਸ਼ਬਦ ਮਾਰਿਆ, ਬਾਣ ਮਾਰਿਆ, ਲਾਗਤ ਹੀ ਭੋਏ ਮਿਲ ਗਿਆ। ਜਿਵੇਂ ਤੀਰ ਵੱਜਦੇ ਹੀ ਬੰਦਾ ਮਰ ਜਾਂਦਾ ਨਾ, ਐਵੇਂ ਗੁਰੂ ਦੇ ਸ਼ਬਦ ਦੀ ਚੋਟ ਐਵੇਂ ਲੱਗੀ, ਭਾਵ ਮੇਰੇ ਤੇ ਸ਼ਬਦ ਨੇ ਅਸਰ ਕੀਤਾ, ਭੋਏ ਮਿਲ ਗਿਆ। ਤੇ ਜਿਹੜਾ ਮੇਰਾ ਹੰਕਾਰ ਸੀ ਨਾ, ਉਹ ਜ਼ਮੀਨ ਦੇ ਵਿੱਚ ਮਿਲ ਗਿਆ। ਪਰਿਆ ਕਲੇਜੇ ਛੇਕ, ਮੇਰੇ ਕਲੇਜੇ ਦੇ ਅੰਦਰ ਛੇਕ ਹੋ ਗਿਆ, ਮੇਰਾ ਹਿਰਦਾ ਵਿੰਨਿਆ ਗਿਆ ਤੇ ਮੇਰਾ ਹੰਕਾਰ ਮਿਟ ਗਿਆ, ਮੈਂ ਮਿੱਟੀ ਵਿੱਚ ਮਿਲ ਗਿਆ, ਗੁਰੂ ਚਰਨਾਂ ਵਿੱਚ ਮੈਂ ਪਰੋਤਾ ਗਿਆ। ਭੋਏ ਮਿਲਣ ਦਾ ਮਤਲਬ ਮੇਰੀ ਈਗੋ ਖਤਮ ਹੋ ਗਈ, ਹੰਕਾਰ ਖਤਮ ਹੋ ਗਿਆ, ਮੈਂ ਰੱਬ ਦੇ ਵਿੱਚ ਮਿਲ ਗਿਆ। ਇਹ ਵਿਚਾਰ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ। ਜਿਵੇਂ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥੀ ਆਰਾਮ। ਹੁਣ ਦੇਖੋ ਕਿਵੇਂ ਮਿਲ ਜਾਂਦਾ ਹੈ। ਆਮ ਕਰਕੇ ਇਸ ਪੰਕਤੀ ਦੇ ਅਰਥ ਕੀਤੇ ਜਾਂਦੇ ਨੇ ਕਿ ਸੂਰਜ ਦੀ ਕਿਰਨ ਸੂਰਜ ਵਿੱਚ ਮਿਲ ਜਾਂਦੀ ਹੈ, ਸੂਰਜ ਕਿਰਨ ਮਿਲੇ। ਇਹਦਾ ਮੀਨਿੰਗ ਇਹ ਨਹੀਂ ਹੈ। ਇਹਦਾ ਮੀਨਿੰਗ ਹੈ ਕਿ ਆਕਾਸ਼ ਵਿੱਚੋਂ ਜਦੋਂ ਗੜਾ ਡਿੱਗਦਾ ਹੈ ਨਾ, ਹੁੰਦਾ ਤੇ ਉਹ ਪਾਣੀ ਹੈ, ਪਰ ਮਾਈਨਸ ਟੈਂਪਰੇਚਰ ਹੋਣ ਕਰਕੇ ਉਹ ਬਰਫ਼ ਬਣ ਗਈ, ਜੰਮ ਗਿਆ, ਗੜਾ ਬਣ ਗਿਆ ਤੇ ਗੜਾ ਸਮੁੰਦਰ ਦੇ ਕਿਨਾਰੇ ਤੇ ਪਿਆ ਹੋਇਆ ਹੈ। ਸਮੁੰਦਰ ਦੇ ਕਿਨਾਰੇ ਤੇ ਪਿਆ ਉਹ ਸਮੁੰਦਰ ਤੋਂ ਵੱਖਰਾ ਹੈ। ਪਰ ਜਦੋਂ ਸੂਰਜ ਦੀ ਕਿਰਨ ਮਿਲਦੀ ਹੈ ਨਾ, ਉਹਦੇ ਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ। ਸੂਰਜ ਕਿਰਨ ਮਿਲੇ, ਜਦੋਂ ਉਸ ਗੜੇ ਨੂੰ ਸੂਰਜ ਦੀਆਂ ਕਿਰਨਾਂ ਮਿਲਦੀਆਂ ਨੇ, ਜਲ ਕਾ ਜਲ ਹੁਆ ਰਾਮ, ਉਹ ਖੁਰ ਕੇ ਪਾਣੀ ਬਣ ਜਾਂਦਾ ਤੇ ਸਮੁੰਦਰ ਵਿੱਚ ਮਿਲ ਜਾਂਦਾ। ਇਸੇ ਤਰ੍ਹਾਂ ਜੋਤੀ ਜੋਤ ਰਲੀ, ਜਦੋਂ ਬੰਦੇ ਦੇ ਹੰਕਾਰ ਦੇ ਉੱਤੇ ਗੁਰੂ ਦੇ ਸ਼ਬਦ ਦੀ ਕਿਰਨ ਪੈਂਦੀ ਹੈ ਨਾ, ਉਹਦਾ ਹੰਕਾਰ ਮਿਟ ਜਾਂਦਾ ਹੈ, ਉਹ ਬੰਦਾ ਰੱਬ ਵਿੱਚ ਮਿਲ ਕੇ ਰੱਬ ਦਾ ਰੂਪ ਹੋ ਜਾਂਦਾ। ਤਾਂ ਕਬੀਰ ਜੀ ਕਹਿੰਦੇ ਨੇ, ਮੈਨੂੰ ਸੰਸਾਰ ਤਿਆਗਣ ਦੀ ਲੋੜ ਨਹੀਂ, ਮਾਇਆ ਤਿਆਗਣ ਦੀ ਲੋੜ ਨਹੀਂ, ਹੀਰਾ ਜਨਮ ਬਚਾਉਣ ਲਈ ਮੈਨੂੰ ਗੁਰੂ ਦਾ ਮਿਲਾਪ ਹੋਇਆ ਹੈ। ਗੁਰੂ ਨੇ ਮੈਨੂੰ ਉਪਦੇਸ਼ ਦਿੱਤਾ ਹੈ, ਗੁਰੂ ਦੇ ਉਸ ਗਿਆਨ ਉਪਦੇਸ਼ ਰਾਹੀਂ ਮੇਰਾ ਹੰਕਾਰ ਖਤਮ ਹੋ ਗਿਆ ਔਰ ਮੇਰਾ ਹੰਕਾਰ ਮਿੱਟੀ ਵਿੱਚ ਮਿਲ ਗਿਆ, ਮੇਰਾ ਹਿਰਦਾ ਗੁਰੂ ਪ੍ਰੇਮ ਦੇ ਨਾਲ ਵਿੰਨਿਆ ਗਿਆ। ਇਸ ਲਈ ਗੁਰੂ ਸ਼ਬਦ ਰਾਹੀਂ, ਗੁਰੂ ਗਿਆਨ ਰਾਹੀਂ ਅਸੀਂ ਜ਼ਿੰਦਗੀ ਜੀਣੀ ਹੈ ਔਰ ਆਪਣੀ ਹਉਮੈ ਹੰਕਾਰ ਨੂੰ ਛੱਡ ਕੇ ਗੁਰਮਤ ਆਸ਼ੇ ਅਨੁਸਾਰ ਜੀਵਨ ਜੀ ਕੇ ਆਪਣੇ ਜੀਵਨ ਨੂੰ ਅਸਾਂ ਸਫਲ ਕਰਨਾ ਹੈ। ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗ ਗਈ, ਜਿਉਂ ਬਾਂਸ ਬਜਾਈਏ ਫੂਕ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਤਿਗੁਰ ਨੂੰ ਤੇ ਸਾਰੇ ਮਿਲਦੇ ਨੇ ਨਾ। ਕਬੀਰ ਜੀ ਕਹਿੰਦੇ ਨੇ, ਮੈਨੂੰ ਗੁਰੂ ਮਿਲਿਆ, ਮੈਂ ਤੇ ਵਿੰਨਿਆ ਗਿਆ, ਮੈਂ ਤੇ ਰੱਬ ਦੇ ਵਿੱਚ ਮਿਲ ਗਿਆ। ਤੇ ਦੇਖੋ ਅਸੀਂ ਕਿੰਨੀ ਵਾਰੀ ਗੁਰੂ ਨੂੰ ਮਿਲਦੇ ਹਾਂ, ਸ਼ਾਮ ਸਵੇਰੇ ਗੁਰਦੁਆਰਾ ਸਾਹਿਬ ਜਾਂਦੇ ਹਾਂ, ਮੱਥਾ ਟੇਕਦੇ ਹਾਂ, ਬਾਣੀ ਪੜ੍ਹਦੇ ਸੁਣਦੇ ਹਾਂ। ਸਾਨੂੰ ਫਰਕ ਕਿਉਂ ਨਹੀਂ ਪਿਆ? ਸਾਨੂੰ ਫਰਕ ਕਿਉਂ ਨਹੀਂ ਪਿਆ? ਹਰ ਬੰਦਾ ਰੱਬ ਵਰਗਾ ਕਿਉਂ ਨਹੀਂ ਹੋਇਆ? ਕਿ ਗੁਰੂ ਨੇ ਸਾਡੇ ਤੇ ਕਿਰਪਾ ਨਹੀਂ ਕੀਤੀ? ਕਿ ਗੁਰੂ ਦੇ ਅੰਦਰ ਸਾਡੇ ਵਾਸਤੇ ਤਾਕਤ ਨਹੀਂ ਹੈ? ਕਿ ਇੱਕ ਵਾਸਤੇ ਤਾਕਤ ਹੈ ਤੇ ਦੂਜੇ ਵਾਸਤੇ ਤਾਕਤ ਨਾ ਹੋਵੇ? ਜਾਂ ਗੁਰੂ ਨੇ ਆਪਣੀ ਤਾਕਤ ਸਾਡੇ ਵਾਸਤੇ ਵਿਖਾਈ ਨਹੀਂ? ਇਹਨਾਂ ਸਾਰਿਆਂ ਸਵਾਲਾਂ ਦਾ ਉੱਤਰ ਇਸ ਸ਼ਲੋਕ ਵਿੱਚ ਦੇ ਰਹੇ ਨੇ। ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ। ਚੂਕ ਦਾ ਮਤਲਬ ਉਕਾਈ, ਕਮੀ, ਦੋਸ਼। ਜੇ ਸਿੱਖਾਂ ਵਿੱਚ ਉਕਾਈ ਹੋਵੇ ਤਾਂ ਸਤਿਗੁਰੂ ਵੀ ਕੁਛ ਨਹੀਂ ਸਵਾਰ ਸਕਦਾ। ਸਾਚਾ ਸਤਿਗੁਰੂ ਕਿਆ ਕਰੇ? ਸਾਚਾ ਸੱਚਾ ਸਤਿਗੁਰੂ ਕੀ ਕਰੇਗਾ? ਕੁਛ ਵੀ ਨਹੀਂ। ਕੀ ਕਰੇਗਾ? ਕੁਛ ਵੀ ਨਹੀਂ ਕਰ ਸਕਦਾ। ਦੇਖੋ ਇਹ ਚੀਜ਼ ਨੂੰ ਥੋੜਾ ਜਿਹਾ ਸਮਝ ਲੈਣਾ। ਮੰਨ ਲਓ ਕੋਈ ਆਦਮੀ ਖੂਹ ਦੇ ਵਿੱਚ ਡਿੱਗ ਪਿਆ ਔਰ ਖੂਹ ਦੇ ਵਿੱਚ ਡਿੱਗੇ ਨੂੰ ਅਸੀਂ ਬਚਾਉਣਾ ਚਾਹੁੰਦੇ ਹਾਂ। ਅਸੀਂ 5-7 ਬੰਦੇ ਹਾਂ, ਅਸੀਂ ਰੱਸਿਆਂ ਦੇ ਨਾਲ ਇੱਕ ਟੋਕਰਾ ਬੰਨ ਕੇ ਖੂਹ ਦੇ ਵਿੱਚ ਲਮਕਾ ਦਿੱਤਾ ਉਸ ਬੰਦੇ ਨੂੰ ਬਚਾਉਣ ਲਈ, ਔਰ ਸਾਡੇ ਵਿੱਚ ਤਾਕਤ ਵੀ ਹੈ, ਅਸੀਂ ਖਿੱਚ ਵੀ ਸਕਦੇ ਹਾਂ, ਉਹਨੂੰ ਕੋਈ ਸੱਟ ਫੇਟ ਵੀ ਨਹੀਂ ਲੱਗਣੀ। ਤਾਂ ਕੀ ਅਸੀਂ ਉਹਨੂੰ ਬਚਾ ਸਕਾਂਗੇ ਕਿ ਨਹੀਂ? ਤਾਂ ਅਸੀਂ ਕਵਾਂਗੇ ਬਚਾ ਸਕਨੇ ਹਾਂ, ਕਿਉਂਕਿ ਟੋਕਰਾ ਸੁੱਟਿਆ ਹੋਇਆ ਹੈ, 5-6 ਬੰਦੇ ਆ, ਅਸੀਂ ਆਰਾਮ ਨਾਲ ਖਿੱਚ ਲੈਣਾ ਹੈ। ਪਰ ਅਸੀਂ ਉਹਨੂੰ ਤਾਂ ਬਚਾ ਸਕਦੇ ਹਾਂ ਜੇ ਉਹ ਆਪ ਬਚਣਾ ਚਾਹੇ, ਜੇ ਉਹ ਟੋਕਰੇ ਨੂੰ ਫੜੇ, ਟੋਕਰੇ ਦੇ ਵਿੱਚ ਵੜੇ, ਤਾਂ ਹੀ ਹੈ ਨਾ। ਤੇ ਜੇ ਉਹ ਕਹੇ ਵੀ ਮੈਂ ਨਹੀਂ ਨਿਕਲਣਾ, ਮੈਂ ਤੇ ਡੁੱਬ ਕੇ ਮਰਨਾ ਹੀ ਮਰਨਾ, ਉਹਨੂੰ ਕਿਵੇਂ ਬਚਾਓਗੇ?
ਇੱਕ ਬੰਦਾ ਕਿਸੇ ਦੇ ਘਰ ਟਾਰਚ ਲੈਣ ਜਾਂਦਾ ਕਿ ਮੈਨੂੰ ਭੈਣ ਟਾਰਚ ਚਾਹੀਦੀ ਜਾਂ ਵੀਰ ਟਾਰਚ ਚਾਹੀਦੀ, ਕਿਉਂ? ਯਾਰ ਮੈਂ ਜਾਣਾ ਹੈ ਤੇ ਬਾਹਰ ਨਾ ਹਨੇਰਾ ਹੈ ਤੇ ਰਾਹ ਦੇ ਵਿੱਚ 2-3 ਖੂਹ ਨੇ ਤੇ ਬਨੇਰੇ ਕੋਈ ਨਹੀਂ, ਮੈਂ ਕਿਸੇ ਖੂਹ ਵਿੱਚ ਨਾ ਡਿੱਗ ਪਵਾਂ, ਖੱਡੇ ਵਿੱਚ ਨਾ ਡਿੱਗ ਪਵਾਂ, ਮੈਨੂੰ ਟਾਰਚ ਚਾਹੀਦੀ। ਤੇ ਦੂਜਾ ਬੰਦਾ ਆਣ ਕੇ ਟਾਰਚ ਮੰਗਦਾ ਕਿ ਮੈਨੂੰ ਟਾਰਚ ਚਾਹੀਦੀ ਹੈ। ਤੇ ਜੇ ਪੁੱਛੀਏ ਨਾ ਕਿਉਂ, ਉਹ ਕਹਿੰਦਾ ਮੈਂ ਘਰੋਂ ਆਇਆ ਲੜ ਕੇ ਤੇ ਮੈਂ ਡਿੱਗਣਾ ਖੂਹ 'ਚ ਤੇ ਮੈਨੂੰ ਖੂਹ ਨਹੀਂ ਲੱਭਦਾ, ਮੈਂ ਟਾਰਚ ਦੇ ਨਾਲ ਖੂਹ ਲੱਭ ਕੇ ਖੂਹ ਵਿੱਚ ਛਾਲ ਮਾਰਨੀ ਹੈ। ਹੁਣ ਉਸ ਬੰਦੇ ਨੂੰ ਕੌਣ ਬਚਾ ਸਕਦਾ ਜਿਹੜਾ ਟਾਰਚ ਇਸ ਕਰਕੇ ਲੱਭ ਰਿਹਾ ਹੋਵੇ ਕਿ ਮੈਂ ਖੂਹ ਲੱਭ ਕੇ ਖੂਹ ਛਾਲ ਮਾਰਨੀ। ਹੁਣ ਗੁਰੂ ਕੀ ਕਰੇਗਾ? ਗੁਰੂ ਨੇ ਤੇ ਰਾਹ ਦੱਸਣਾ ਨਾ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ। ਗੁਰੂ ਨੇ ਤੇ ਇਹ ਕਹਿਣਾ ਨਾ, ਪਰ ਤੇਰੇ ਰੂਪ ਨਾ ਪੇਖੇ ਨੇਤਰ। ਗੁਰੂ ਨੇ ਤੇ ਇਹ ਕਹਿਣਾ ਨਾ, ਗੁਰਸਿੱਖ ਮੀਤ ਚਲੋ ਗੁਰ ਚਾਲੀ। ਤੇ ਜੇ ਸਿੱਖ ਮੰਨੇ ਹੀ ਨਾ, ਸਿੱਖ ਅਮਲ ਹੀ ਨਾ ਕਰੇ, ਸਿੱਖ ਕਵੇ ਨਾ ਸਤਿਗੁਰੂ ਮੈਂ ਤੇਰੀ ਨਹੀਂ ਸੁਣਨੀ, ਮੈਂ ਤੇ ਕਿਸੇ ਬਾਬੇ ਕੋਲੋਂ ਜਲ ਲਿਆ ਕੇ ਪੀਣਾ, ਮੈਂ ਗੁਰੂ ਗ੍ਰੰਥ ਸਾਹਿਬ ਜੀ ਤੁਹਾਨੂੰ ਨਹੀਂ ਮੰਨਣਾ, ਮੈਂ ਤੇ ਕਿਸੇ ਜੋਤਸ਼ੀ ਨੂੰ ਮੰਨਣਾ ਹੈ, ਮੈਂ ਤੇ ਕਿਸੇ ਜੋਤਸ਼ੀ ਤੋਂ ਕਿਸਮਤ ਵਿਖਾਣੀ ਹੈ, ਮੈਂ ਤੇ ਕਬਰਾਂ ਤੋਂ ਸੁੱਖ ਭਾਲਣਾ ਹੈ, ਮੈਂ ਤੇ ਵਰਤਨ ਰਾਤੇ ਰੱਖਣੇ ਨੇ, ਮੈਂ ਤੇ ਤੀਰਥਾਂ ਵਿੱਚ ਨਹਾ ਕੇ ਪਵਿੱਤਰ ਹੋਣਾ। ਤੇ ਗੁਰੂ ਕੀ ਕਰੇਗਾ? ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ। ਜੇ ਸਿੱਖਾਂ ਦੇ ਵਿੱਚ ਉਕਾਈ ਹੋਵੇ ਤਾਂ ਸਤਿਗੁਰੂ ਵੀ ਕੁਛ ਨਹੀਂ ਸਵਾਰ ਸਕਦਾ। ਇਸ ਹੀਰੇ ਜਨਮ ਨੂੰ ਕੌਡੀ ਬਦਲੇ ਜਾਣ ਤੋਂ ਬਚਾ ਨਹੀਂ ਸਕਦਾ, ਕਿਉਂਕਿ ਯਤਨ ਤੇ ਸਿੱਖ ਨੂੰ ਕਰਨਾ ਪੈਣਾ ਨਾ। ਤੇ ਅਗਲੀ ਮਿਸਾਲ ਦੇਖੋ ਕਿੰਨੀ ਵਧੀਆ ਦੇ ਰਹੇ ਨੇ, ਅੰਧੇ ਏਕ ਨਾ ਲੱਗ ਗਈ, ਜਿਉਂ ਬਾਂਸ ਬਜਾਈਏ ਫੂਕ। ਏਕ ਨਾ ਲੱਗ ਗਈ ਦਾ ਮਤਲਬ ਇੱਕ ਵੀ ਗੱਲ ਅਸਰ ਨਹੀਂ ਕਰਦੀ, ਇੱਕ ਵੀ ਗੱਲ ਨਹੀਂ ਲੱਗਦੀ। ਜਿਵੇਂ ਅਸੀਂ ਕਹਿੰਦੇ ਆ ਨਾ, ਯਾਰ ਤੈਨੂੰ ਨਹੀਂ ਲੱਗਦੀ, ਤੈਨੂੰ ਸ਼ਰਮ ਨਹੀਂ ਆਉਂਦੀ, ਜਾਂ ਤੈਨੂੰ ਸ਼ਰਮ ਨਹੀਂ ਲੱਗਦੀ, ਜਾਂ ਤੇਰੇ ਤੇ ਕੋਈ ਗੱਲ ਅਸਰ ਨਹੀਂ ਕਰਦੀ, ਜਾਂ ਅਸੀਂ ਕਹਿੰਦੇ ਨਾ ਫਲਾਂ ਬੰਦਾ ਤੇ ਚੀਕਣਾ ਘੜਾ ਹੈ, ਉਹਦੇ ਤੇ ਉਹਨੂੰ ਨਹੀਂ ਲੱਗਦੀ। ਵੀ ਅੰਧੇ ਏਕ ਨਾ ਲੱਗ ਗਈ, ਅਗਿਆਨੀ ਮਨੁੱਖ ਨੂੰ ਇੱਕ ਵੀ ਸਿੱਖਿਆ ਦੀ ਗੱਲ ਅਸਰ ਨਹੀਂ ਕਰਦੀ। ਕਿਵੇਂ? ਕਿਉਂਕਿ ਹੰਕਾਰ ਵਿੱਚ ਮਸਤ ਹੈ ਨਾ। ਜਿਉਂ ਬਾਂਸ ਬਜਾਈਏ ਫੂਕ, ਜਿਵੇਂ ਕੋਈ ਬਾਂਸ ਦੇ ਵਿੱਚ ਫੂਕ ਮਾਰੇ ਤੇ ਇੱਕ ਪਾਸਿਓਂ ਫੂਕ ਮਾਰੀ, ਦੂਜੇ ਪਾਸਿਓਂ ਨਿਕਲ ਗਈ। ਬਾਂਸ ਵਿੱਚ ਫੂਕ ਮਾਰੀ, ਇੱਕ ਪਾਸਿਓਂ ਮਾਰੀ ਫੂਕ, ਦੂਜੇ ਪਾਸਿਓਂ ਨਿਕਲ ਗਈ। ਬੰਸਰੀ ਵਜਾਈ ਤੇ ਜਿੰਨਾ ਚਿਰ ਫੂਕ ਮਾਰੀ ਉਹਨਾਂ ਚਿਰ ਬੰਸਰੀ ਵੱਜੀ, ਜਦੋਂ ਫੂਕ ਛੱਡੀ ਤੇ ਬੰਸਰੀ ਫਿਰ ਖਤਮ। ਇੱਕ ਕੰਨ ਚੋਂ ਸੁਣੀ, ਦੂਜੇ ਚੋਂ ਨਿਕਲ ਗਈ। ਕਿੰਨੀ ਵਾਰੀ ਕਥਾ ਸੁਣੀ ਹੈ, ਕਿੰਨੀ ਵਾਰ ਕਥਾ ਕੀਤੀ ਹੈ, ਕਿੰਨੀ ਵਾਰ ਕੀਰਤਨ ਕੀਤਾ ਹੈ, ਕੀਰਤਨ ਸੁਣਿਆ ਹੈ, ਪਾਠ ਪੜਿਆ ਹੈ, ਪਾਠ ਸੁਣਿਆ ਹੈ, ਔਰ ਬਾਣੀ ਯਾਦ ਹੋਈ ਪਈ ਹੈ। ਸਭ ਮੈਂ ਜੋਤ ਜੋਤ ਹੈ ਸੋਏ। ਕਿੰਨੇ ਵੀਰ ਭੈਣਾਂ ਨੇ ਜਿਨ੍ਹਾਂ ਨੂੰ ਇਹ ਪੰਕਤੀ ਯਾਦ ਨਹੀਂ, ਪਰ ਇਹਦੇ ਤੇ ਅਮਲ ਕਿੰਨਾ ਨੇ ਕੀਤਾ ਹੈ? ਰੱਬ ਵਰਗਾ ਪਿਆਰ ਸਤਿਕਾਰ ਇੱਕ ਦੂਜੇ ਦਾ ਕਿੰਨੇ ਕੁ ਕਰ ਰਹੇ ਨੇ? ਕੋਈ ਵੀ ਨਾ। ਫੱਕੜ ਜਾਤੀ ਫੱਕੜ ਨਾਉ, ਜਾਣੋ ਜੋਤ ਨਾ ਪੁੱਛੋ ਜਾਤੀ। ਤੇ ਕਿੰਨਿਆਂ ਨੇ ਜਾਤੀਵਾਦ ਨੂੰ ਮੰਨਣਾ ਛੱਡ ਦਿੱਤਾ ਹੈ, ਕਿੰਨਿਆਂ ਨੇ ਦਾਜ ਦਹੇਜ ਛੱਡ ਦਿੱਤੇ ਨੇ, ਕਿੰਨਿਆਂ ਲੋਕਾਂ ਨੇ ਰਿਸ਼ਵਤਖੋਰੀ, ਚੋਰ ਬਜ਼ਾਰੀ, 2 ਨੰਬਰ ਦੇ ਧੰਦੇ ਛੱਡੇ ਨੇ। ਕਿਸੇ ਨੇ, ਚੰਦ ਲੋਕਾਂ ਨੇ ਛੱਡੇ ਨੇ, ਜਿਨ੍ਹਾਂ ਨੇ ਛੱਡੇ ਨੇ ਉਹ ਬਚ ਗਏ ਨੇ। ਹੁਣ ਗੁਰੂ ਜੀ ਕਹਿੰਦੇ ਨੇ, ਜਦੋਂ ਸਿੱਖ ਨੂੰ ਲੱਗੇ ਹੀ ਨਾ, ਇੱਕ ਵੀ ਗੱਲ ਨਾ ਮੰਨੇ, ਬਾਂਸ ਦੀ ਤਰ੍ਹਾਂ ਇੱਕ ਕੰਨ ਚੋਂ ਸੁਣੇ ਤੇ ਦੂਜੇ ਤੋਂ ਕੱਢੀ ਜਾਏ, ਤਾਂ ਗੁਰੂ ਕੀ ਕਰੇਗਾ? ਭਾਈ ਗੁਰੂ ਨੇ ਤੇ ਸਿੱਖਿਆ ਦੇਣੀ ਹੈ ਨਾ, ਗੁਰੂ ਨੇ ਤੇ ਰਾਹ ਦੱਸਣਾ ਹੈ, ਤੁਰਨਾ ਤੇ ਸਾਨੂੰ ਆਪ ਪੈਣਾ ਹੈ। ਮੈਂ ਆਪ ਨੂੰ ਇੱਕ ਕਹਾਣੀ ਸੁਣਾਈ ਸੀ, ਉਹ ਕਹਾਣੀ ਮੈਂ ਥੋੜੀ ਜਿਹੀ ਅੱਜ ਫਿਰ ਰਿਪੀਟ ਕਰ ਦਿਆਂ। ਕੋਈ ਬੰਦਾ ਗਲੀ ਵਿੱਚ ਮੂਰਤੀਆਂ ਵੇਚ ਰਿਹਾ ਸੀ। ਇੱਕ ਮੂਰਤੀ 500 ਦੀ, ਇੱਕ 5000 ਦੀ, ਇੱਕ 50,000 ਦੀ। ਇੱਕੋ ਪੱਥਰ ਦੀਆਂ ਮੂਰਤੀਆਂ ਇੱਕੋ ਜੈਸੀਆਂ ਬਣੀਆਂ ਸਨ, ਇੱਕੋ ਡਿਜ਼ਾਈਨ, ਇੱਕੋ ਰੰਗ, ਇੱਕੋ ਕਲਰ, ਇੱਕੋ ਜਿੰਨਾ ਵੇਟ। ਕਿਸੇ ਨੇ ਜਾ ਕੇ ਬਾਦਸ਼ਾਹ ਨੂੰ ਸ਼ਿਕਾਇਤ ਕੀਤੀ ਕਿ ਇਹ ਬੰਦਾ ਬੇਈਮਾਨ ਹੈ, ਇੱਕੋ ਰੰਗ ਦੀਆਂ ਮੂਰਤੀਆਂ ਲੋਕਾਂ ਨੂੰ ਮੂਰਖ ਬਣਾਉਂਦਾ ਹੈ, ਇੱਕ 500 ਦੀ, ਇੱਕ 5000 ਦੀ, ਇੱਕ 50,000 ਦੀ। ਬਾਦਸ਼ਾਹ ਨੇ ਬੁਲਾਇਆ, ਮੂਰਤੀਆਂ ਵੇਖੀਆਂ, ਤਿੰਨੇ ਮੂਰਤੀਆਂ ਇੱਕੋ ਤਰ੍ਹਾਂ ਦੀਆਂ ਸਨ, ਸੇਮ ਡਿਜ਼ਾਈਨ, ਸੇਮ ਵੇਟ, ਸੇਮ ਪੱਥਰ। ਉਹ ਕਹਿਣ ਲੱਗਾ ਵੀ ਸੱਜਣਾ, ਇਹ ਤੇਰੀਆਂ ਮੂਰਤੀਆਂ ਇੱਕੋ ਡਿਜ਼ਾਈਨ, ਇੱਕੋ ਰੂਪ, ਰੰਗ, ਇੱਕੋ ਜਿੰਨਾ ਵੇਟ, ਤੇ ਇਹਨਾਂ ਦੀ ਕੀਮਤ ਵੱਖੋ ਵੱਖਰੀ ਕਿਉਂ? ਕਹਿਣ ਲੱਗਾ ਜੀ ਇਹਨਾਂ ਮੂਰਤੀਆਂ ਦੇ ਵਿੱਚ ਰਾਜ ਹੈ, ਜੇ ਕੋਈ ਤੁਹਾਡਾ ਬੰਦਾ ਵੇਖ ਪਛਾਣ ਸਕਦਾ ਤੇ ਵੇਖ ਲਓ, ਪਰ ਇਹਨੂੰ ਕੋਈ ਸਿਆਣਾ ਬੰਦਾ ਪਛਾਣ ਸਕੇਗਾ, ਐਵੇਂ ਮੂਰਖ ਬੰਦਾ ਨਹੀਂ।
ਉਹਨੇ ਆਪਣੇ ਵਜ਼ੀਰਾਂ ਨੂੰ ਬੁਲਾਇਆ ਤੇ ਉਹਨਾਂ ਵਜ਼ੀਰਾਂ ਨੇ, ਵਿਦਵਾਨਾਂ ਨੇ ਬਥੇਰਾ ਯਤਨ ਕੀਤਾ, ਪਰ ਕਿਸੇ ਨੂੰ ਕੋਈ ਸਮਝ ਨਹੀਂ ਆਈ। ਇੱਕ ਵਜ਼ੀਰ ਕੋਈ ਸਿਆਣਾ ਸੀ, ਕਹਿਣ ਲੱਗਾ ਵੀ ਮੈਨੂੰ ਮੂਰਤੀਆਂ ਮਿਲ ਸਕਦੀਆਂ ਨੇ, ਇੱਕ ਰਾਤ ਮੈਂ ਰੱਖ ਸਕਣਾ। ਉਹ ਕਹਿਣ ਲੱਗਾ ਕੋਈ ਨਾ, ਲੈ ਜਾ। ਉਹਨੇ ਬਥੇਰਾ ਜਾ ਕੇ ਵੇਖਿਆ ਪਰ ਕੁਛ ਨਹੀਂ ਪਤਾ ਲੱਗਾ। ਰਾਤ ਨੂੰ ਉਹਨੇ ਮੂਰਤੀਆਂ ਰੱਖੀਆਂ ਤੇ ਉਹ ਬੰਦਾ ਹੈਰਾਨ ਹੋ ਗਿਆ ਕਿ ਮੂਰਤੀਆਂ ਦਾ ਪਰਛਾਵਾਂ ਪੈ ਰਿਹਾ ਸੀ, ਪਰ ਇੱਕ ਮੂਰਤੀ ਦੇ ਪਰਛਾਵੇਂ ਦੇ ਵਿੱਚ ਨਾ ਚਾਨਣ ਦਿਸ ਰਿਹਾ ਸੀ, ਥੋੜਾ ਜਿਹਾ ਪਤਲਾ ਜਿਹਾ। ਉਹ ਹੈਰਾਨ ਰਿਹਾ। ਉਸ ਮੂਰਤ ਵੇਖਣ ਵਾਲੇ ਬੰਦੇ ਨੇ ਨਾ ਪਤਲੀ ਜੀ ਤਾਰ ਲੈ ਕੇ ਮੂਰਤੀ ਦੇ ਕੰਨ ਵਿੱਚ ਪਾਈ। ਇੱਕ ਕੰਨ ਵਿੱਚ ਪਾਈ ਤੇ ਉਹ ਮੂਰਤੀ ਦੇ ਦੂਜੇ ਕੰਨ ਵਿੱਚੋਂ ਨਿਕਲ ਗਈ। ਉਹਨੇ ਦੂਜੀ ਮੂਰਤੀ ਦੇ ਕੰਨ ਵਿੱਚ ਪਾਈ ਤੇ ਉਸ ਕੰਨ ਦੇ ਵਿੱਚੋਂ ਪੈ ਕੇ ਮੂੰਹ ਚੋਂ ਬਾਹਰ ਆ ਗਈ। ਤੀਜੀ ਮੂਰਤੀ ਦੇ ਕੰਨ ਦੇ ਵਿੱਚ ਜਦੋਂ ਪਾਈ ਨਾ ਤਾਰ, ਤੇ ਉਹ ਤਾਰ ਮੂੰਹ ਚੋਂ ਬਾਹਰ ਨਹੀਂ ਆਈ, ਉਹਦੇ ਅੰਦਰ ਚਲੀ ਗਈ। ਤੇ ਉਹ ਵਜ਼ੀਰ ਜਿਹੜਾ ਸੀ ਉਹ ਬੜਾ ਖੁਸ਼ ਹੋਇਆ ਔਰ ਉਹ ਬਾਦਸ਼ਾਹ ਕੋਲ ਲੈ ਕੇ ਚਲਾ ਗਿਆ। ਕਹਿਣ ਲੱਗਾ, ਬਾਦਸ਼ਾਹ ਮੂਰਤੀ 500 ਦੀ ਹੈ ਔਰ ਇਹ 500 ਵੀ ਇਹਦੀ ਜ਼ਿਆਦਾ ਹੀ ਹੈ, ਇਹ ਫ੍ਰੀ ਵਿੱਚ ਹੀ ਜਾਣੀ ਚਾਹੀਦੀ, ਦੀ ਕੋਈ ਕੀਮਤ ਨਹੀਂ ਹੈਗੀ। ਇਹ ਦੂਜੀ ਮੂਰਤੀ 5000 ਦੀ ਹੈ ਤੇ ਇਹ ਜਿਹੜੀ 50000 ਦੀ ਹੈ ਨਾ, ਇਹਦੀ ਲੱਖਾਂ ਵੀ ਕੀਮਤ ਦਿੱਤੀ ਜਾਏ ਤਾਂ ਵੀ ਕੋਈ ਨਹੀਂ। ਉਹ ਕਹਿਣ ਲੱਗਾ, ਕਿਉਂ? ਇਹ ਕਾਰਨ ਹੈ। ਤੇ ਉਹਦੇ ਤੋਂ ਜਦੋਂ ਪੁੱਛਿਆ ਵੀ ਇਹ ਕਾਰਨ ਹੈ, ਤੇ ਇਹਦੇ ਤੋਂ ਪੁੱਛਿਆ ਵੀ ਇਹਦਾ ਕਾਰਨ ਕੀ ਹੈ, ਤਾਂ ਉਹ ਮੂਰਤੀ ਵੇਚਣ ਵਾਲੇ ਨੇ ਦੱਸਿਆ ਕਿ ਬਾਦਸ਼ਾਹ, ਇਹ ਮੂਰਤੀ ਪ੍ਰਤੀਕ ਹੈ ਕਿ ਇੱਕ ਕੰਨ ਚੋਂ ਸੁਣ ਕੇ ਦੂਜੇ ਕੰਨ ਵਿੱਚੋਂ ਕੱਢ ਰਿਹਾ ਹੈ ਜਿਹੜਾ ਬੰਦਾ, ਉਹਦੀ 500 ਕੀਮਤ ਹੈ, ਉਹਦੀ ਕੋਈ ਕੀਮਤ ਨਹੀਂ, ਉਹ ਸਸਤਾ ਹੀ ਹੈ, ਬੇਕਾਰ ਹੀ ਹੈ, ਕਿਉਂਕਿ ਇੱਕ ਕੰਨ ਚੋਂ ਕੱਢੀ ਦੂਜੇ ਚੋਂ। ਦੂਜੀ ਮੂਰਤੀ ਉਸ ਬੰਦੇ ਦਾ ਪ੍ਰਤੀਕ ਹੈ ਜੋ ਕੰਨ ਚੋਂ ਪਾਈ ਇਹ ਤਾਰ ਤੇ ਮੂੰਹ ਚੋਂ ਨਿਕਲ ਆਈ ਹੈ। ਉਹਦੀ ਥੋੜੀ ਜਿਹੀ ਵੈਲਿਊ ਜ਼ਿਆਦਾ ਹੈ ਕਿ ਕਿਤੋਂ ਗੱਲ ਸੁਣੀ ਤੇ ਅੱਗੇ ਜਾ ਕੇ ਕਰ ਦਿੱਤੀ। ਉਹ ਝੂਠ ਵੀ ਅੱਗੇ ਕਰੇਗਾ, ਸੱਚ ਵੀ ਸੁਣ ਕੇ ਅੱਗੇ ਕਰ ਦੇਗਾ। ਚਲੋ, ਉਹਨੇ ਦੂਜੀ ਜਗ੍ਹਾ ਤੇ ਗੱਲ ਪਹੁੰਚਾਈ, ਸੱਚ ਨੂੰ ਦੂਜੀ ਜਗ੍ਹਾ ਤੇ ਪਹੁੰਚਾਇਆ। ਤੇ ਤੀਜੇ ਦੀ ਕੰਨ ਵਿੱਚ ਪਾਈ ਤੇ ਉਹ ਤਾਰ ਅੰਦਰ ਚਲੀ ਗਈ। ਇਹਦੀ ਕੋਈ ਕੀਮਤ ਨਹੀਂ, ਇਹ ਮਹਾਨ ਹੈ ਕਿਉਂਕਿ ਇਹਨੇ ਸੱਚ ਨੂੰ ਸੁਣ ਕੇ ਆਪਣੇ ਅੰਦਰ ਵਸਾ ਲਿਆ। ਤਾਂ ਮਹਾਨਤਾ ਉਹਨਾਂ ਦੀ ਹੈ ਭਾਈ। ਹੁਣ ਅਸੀਂ ਆਪ ਵੇਖਣਾ ਕਿ ਅਸੀਂ 500 ਵਾਲੇ ਆ, 50,000 ਵਾਲੇ ਆ, 5 ਲੱਖ ਵਾਲੇ ਆ। ਇਹ ਆਪਣਾ ਹਰ ਬੰਦੇ ਨੇ ਵੇਖਣਾ, ਕਿਉਂਕਿ ਹਰ ਇੱਕ ਨੂੰ ਪਤਾ ਹੁੰਦਾ ਨਾ। ਹੁਣ ਮੇਰਾ ਤੁਹਾਨੂੰ ਨਹੀਂ ਪਤਾ ਕਿ ਇੱਕ ਕੰਨੋਂ ਕੱਢ ਕੇ ਸੁਣ ਕੇ ਦੂਜੇ ਕੰਨ ਕੱਢਣਾ, ਕਿ ਇਥੋਂ ਸੁਣ ਕੇ ਅੱਗੇ ਕਰਨਾ, ਜਾਂ ਇਹਨਾਂ ਚੀਜ਼ਾਂ ਨੂੰ ਆਪਣੇ ਅੰਦਰ ਵਸਾਨਾ, ਉਹਨਾਂ ਦੀ ਮਹਾਨਤਾ ਹੈ। ਤਾਂ ਕਬੀਰ ਜੀ ਸਾਨੂੰ ਇੱਥੇ ਸਮਝਾ ਰਹੇ ਨੇ, ਸੱਚਾ ਸਤਿਗੁਰੂ ਵੀ ਕੁਛ ਨਹੀਂ ਕਰ ਸਕਦਾ ਜੇਕਰ ਸਿੱਖ ਦੇ ਅੰਦਰ ਦੋਸ਼ ਔਰ ਕਮੀ ਹੋਵੇ। ਜਿਵੇਂ ਬਾਂਸ ਦੇ ਵਿੱਚ ਫੂਕ ਵਜਾਇਆ ਦੂਜੇ ਪਾਸਿਓਂ ਨਿਕਲ ਜਾਂਦੀ ਹੈ, ਇਸੇ ਤਰ੍ਹਾਂ ਉਹ ਲੋਕ ਨੇ ਜੋ ਗੁਰੂ ਦੀ ਗੱਲ ਇੱਕ ਕੰਨ ਚੋਂ ਸੁਣ ਕੇ ਦੂਜੇ ਚੋਂ ਕੱਢ ਦਿੰਦੇ ਨੇ, ਅਮਲ ਨਹੀਂ ਕਰਦੇ, ਉਹਨਾਂ ਦਾ ਜੀਵਨ ਨਹੀਂ ਸੰਵਰਦਾ। ਤਾਂ ਇੱਥੋਂ ਸਾਨੂੰ ਜੋ ਸਿੱਖਿਆ ਮਿਲ ਰਹੀ ਹੈ ਉਹ ਇਹ ਮਿਲ ਰਹੀ ਹੈ ਕਿ ਗੁਰੂ ਦੀ ਗੱਲ ਸੁਣ ਕੇ ਜਿਹੜਾ ਅਮਲ ਕਰੇਗਾ ਨਾ, ਉਹਦਾ ਪਾਰ ਉਤਾਰਾ ਹੋਏਗਾ, ਦੂਜੇ ਦਾ ਨਹੀਂ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਪਣੇ ਸਪੁੱਤਰ ਨੇ, ਜੇ ਉਹਨਾਂ ਨੇ ਸੁਣ ਕੇ ਅਮਲ ਨਹੀਂ ਕੀਤਾ ਤੇ ਪਾਰ ਉਤਾਰਾ ਨਹੀਂ ਹੋਇਆ। ਜੇ ਭਾਈ ਲਹਿਣਾ ਜੀ ਨੇ ਅਮਲ ਕੀਤਾ ਤੇ ਪਾਰ ਉਤਾਰਾ ਹੋਇਆ ਹੈ। ਜੇ ਸ਼ੇਖ ਸੱਜਣ ਨੇ ਸੁਣ ਕੇ ਅਮਲ ਕਰ ਲਿਆ ਤੇ ਉਹਦੀ ਜ਼ਿੰਦਗੀ ਬਦਲ ਗਈ ਹੈ, ਕੋਡੇ ਪੀਲ ਦੀ ਜ਼ਿੰਦਗੀ ਬਦਲ ਗਈ ਹੈ। ਜੇ ਅਜਾਮਲ ਨੇ ਸੁਣ ਕੇ ਗੱਲ ਦੇ ਉੱਤੇ ਅਮਲ ਕੀਤਾ ਤਾਂ ਜ਼ਿੰਦਗੀ ਬਦਲ ਗਈ ਹੈ। ਉਹਦੀ ਜ਼ਿੰਦਗੀ ਬਦਲੇਗੀ ਭਾਈ ਜੋ ਸੁਣ ਕੇ ਅਮਲ ਕਰੇਗਾ। ਕਬੀਰ ਹੈ ਗੈ ਬਾਹਨ ਸघन ਕੰਨ, ਛਤਰਪਤੀ ਕੀ ਨਾਰ, ਤਾਸ ਪਟੰਤਰ ਨਾ ਹਰ ਜਨ ਕੀ ਪਨਿਹਾਰ। ਇਹਨੂੰ ਪਨਹਾਰ ਨਹੀਂ ਪੜਨਾ, ਪਨਿਹਾਰ। ਹੈ ਔਰ ਗੈ, ਇਹਨਾਂ ਨੂੰ ਵੱਖਰਿਆਂ ਵੱਖਰਿਆਂ ਪੜਨਾ ਹੈ। ਹੈ ਗੈ ਇਕੱਠਾ ਨਹੀਂ ਪੜਨਾ, ਹੈ ਗੈ ਇਕੱਠਾ ਨਹੀਂ ਪੜਨਾ, ਹੈ ਗੈ। ਹੈ ਦਾ ਮਤਲਬ ਘੋੜੇ, ਗੈ ਦਾ ਮਤਲਬ ਹਾਥੀ, ਬਾਹਨ ਦਾ ਮਤਲਬ ਗੱਡੀਆਂ ਸਵਾਰੀਆਂ, ਸघन ਕੰਨ ਬਹੁਤ ਜ਼ਿਆਦੇ, ਛਤਰਪਤੀ ਦਾ ਮਤਲਬ ਛਤਰਪਤੀ ਰਾਜਾ, ਨਾਰ ਦਾ ਮਤਲਬ ਔਰਤ, ਸघन ਕੰਨ ਦਾ ਮਤਲਬ ਬਹੁਤ ਸਾਰੇ। ਤਾਂ ਕਬੀਰ ਜੀ ਕਹਿੰਦੇ ਨੇ ਉਸ ਇਸਤਰੀ ਦੀ ਬਰਾਬਰੀ ਉਸ ਛਤਰਪਤੀ ਰਾਜੇ ਦੀ ਰਾਣੀ ਨਹੀਂ ਕਰ ਸਕਦੀ
ਜਿਹਦੇ ਪਾਸ ਸਵਾਰੀ ਲਈ ਬੇਅੰਤ ਹਾਥੀ ਘੋੜੇ ਹੋਣ, ਯਾਨੀ ਹਾਥੀ ਹੋਣ, ਘੋੜੇ ਹੋਣ, ਬਹੁਤ ਸਾਰੀਆਂ ਸਵਾਰੀਆਂ ਹੋਣ, ਔਰ ਛਤਰਪਤੀ ਬਾਦਸ਼ਾਹ ਦੀ ਕੋਈ ਔਰਤ ਹੋਵੇ। ਤਾਸ ਪਟੰਤਰ ਨਾ ਪੁੱਜੈ, ਹਰਜਨ ਕੀ ਪਨਿਹਾਰ। ਹਰਜਨ ਦਾ ਮਤਲਬ ਰੱਬ ਦੇ ਜੋ ਪਿਆਰੇ ਨੇ, ਤਾਸ ਪਟੰਤਰ ਦਾ ਮਤਲਬ ਉਹਦੇ ਬਰਾਬਰ, ਪਨਿਹਾਰ ਦਾ ਮਤਲਬ ਪਾਣੀ ਭਰਨ ਵਾਲੀ ਦਾਸੀ। ਜੇ ਕੋਈ ਪ੍ਰਭੂ ਦਾ ਭਜਨ ਕਰਨ ਵਾਲੇ ਪਿਆਰਿਆਂ ਦੀ ਪਾਣੀ ਭਰਨ ਦੀ ਸੇਵਾ ਕਰਦੀ ਹੈ ਨਾ, ਭਾਵੇਂ ਉਹ ਕਿੰਨੀ ਵੀ ਗਰੀਬ ਹੋਵੇ, ਕਿਉਂਕਿ ਉਹ ਸੱਚ ਦੇ ਨਾਲ ਜੁੜੀ ਹੋਈ ਹੈ, ਇਸ ਲਈ ਉਸ ਗਰੀਬਣੀ ਦੀ ਬਰਾਬਰੀ ਛਤਰਪਤੀ ਰਾਜੇ ਦੀ ਔਰਤ ਵੀ ਨਹੀਂ ਕਰ ਸਕਦੀ। ਜਿਹਦੇ ਕੋਲ ਹਾਥੀ ਘੋੜੇ ਨੇ, ਬਹੁਤ ਸਾਰੀਆਂ ਸਵਾਰੀਆਂ ਨੇ, ਅਮੀਰੀ ਹੈ, ਉਹ ਵੀ ਉਹਦੀ ਬਰਾਬਰੀ ਨਹੀਂ ਕਰ ਸਕਦੀ। ਹੁਣ ਇੱਥੇ ਸਵਾਲ ਇੱਕ ਪੈਦਾ ਹੋਏਗਾ ਕਿ ਉਹ ਵੀ ਔਰਤ ਹੈ ਤੇ ਉਹ ਵੀ ਔਰਤ ਹੈ। ਇੱਕ ਔਰਤ ਦੀ ਨਿੰਦਿਆ ਕੀਤੀ ਜਾ ਰਹੀ ਹੈ, ਦੂਜੀ ਔਰਤ ਨੂੰ ਚੰਗਾ ਕਿਹਾ ਜਾ ਰਿਹਾ ਹੈ। ਐਸਾ ਕਿਉਂ? ਇਹਦਾ ਰੀਜ਼ਨ ਕੀ ਹੈ? ਰੀਜ਼ਨ ਕੀ ਹੈ ਵੀ ਇੱਕ ਔਰਤ ਨੂੰ ਮਾੜਾ ਕਿਹਾ ਜਾ ਰਿਹਾ ਹੈ, ਦੂਜੀ ਔਰਤ ਦੀ ਸਿਫਤ ਕੀਤੀ ਜਾ ਰਹੀ ਹੈ? ਐਸਾ ਕਿਉਂ? ਤਾਂ ਅਗਲੇ ਸ਼ਲੋਕ ਵਿੱਚ ਇਹਦਾ ਉੱਤਰ ਵੀ ਦੇ ਰਹੇ ਨੇ, ਨਾਲ ਸਵਾਲ ਵੀ ਕਰ ਰਹੇ ਨੇ। ਕਬੀਰ, ਨ੍ਰਿਪ ਨਾਰੀ ਕਿਉਂ ਨਿੰਦੀਏ, ਇਹਨੂੰ ਨਿਰਪ ਨਹੀਂ ਪੜਨਾ, ਨ੍ਰਿਪ ਪੜਨਾ ਹੈ। ਕਬੀਰ, ਨ੍ਰਿਪ ਨਾਰੀ ਕਿਉਂ ਨਿੰਦੀਏ, ਕਿਉਂ ਹਰ ਚੇਰੀ ਕੋ ਮਾਨ। ਨ੍ਰਿਪ ਦਾ ਮਤਲਬ ਬਾਦਸ਼ਾਹ, ਚੇਰੀ ਦਾ ਮਤਲਬ ਦਾਸੀ, ਮਾਨ ਦਾ ਮਤਲਬ ਆਦਰ। ਕਿ ਅਸੀਂ ਉਸ ਰਾਣੀ ਨੂੰ ਕਿਉਂ ਮਾੜੀ ਆਖਦੇ ਹਾਂ, ਔਰ ਪ੍ਰਭੂ ਪਿਆਰਿਆਂ ਦੀ ਸੇਵਾ ਕਰਨ ਵਾਲੀ ਔਰਤ ਨੂੰ ਕਿਉਂ ਆਦਰ ਦੇ ਰਹੇ ਹਾਂ? ਉਹਦਾ ਰੀਜ਼ਨ ਕੀ ਹੈ? ਕਹਿੰਦੇ ਨੇ ਉਹ ਮਾਂਗ ਸਵਾਰੇ ਬਿਖੇ ਕੋ। ਮਾਂਗ ਸਵਾਰੇ ਦਾ ਮਤਲਬ ਪੱਟੀਆਂ ਭਰਦੀ ਹੈ, ਪੱਟੀਆਂ ਬਣਾਉਂਦੀ ਹੈ, ਚੀਰ ਕੱਢਦੀ ਹੈ। ਬਿਖੇ ਕੋ ਦਾ ਮਤਲਬ ਕਾਮ ਵਾਸਨਾਵਾਂ ਵਾਸਤੇ, ਵਿਕਾਰਾਂ ਵਾਸਤੇ। ਉਹਦਾ ਕਾਰਨ ਇਹ ਦੱਸ ਰਹੇ ਨੇ ਕਿ ਜੇ ਨ੍ਰਿਪ ਨਾਰੀ ਸਦਾ ਵਿਸ਼ੇ ਵਿਕਾਰਾਂ ਲਈ ਪੱਟੀਆਂ ਢਾਲਦੀ ਰਹਿੰਦੀ ਹੈ, ਉਹ ਸਿਮਰੇ ਹਰ ਨਾਮ, ਤੇ ਜਿਹੜੀ ਦੂਜੇ ਪਾਸੇ ਪ੍ਰਭੂ ਪਿਆਰਿਆਂ ਦੀ ਦਾਸੀ ਹੈ, ਉਹ ਰੱਬ ਦੇ ਗੁਣ ਗਾਉਂਦੀ ਹੈ, ਰੱਬੀ ਰਜ਼ਾ ਵਿੱਚ ਤੁਰਦੀ ਹੈ, ਰੱਬ ਦੀ ਸਿਫਤ ਸਲਾਹ ਕਰਦੀ ਹੈ, ਉਹ ਵਿਕਾਰ ਕਮਾਉਂਦੀ ਹੈ। ਇਸ ਕਰਕੇ ਵਿਕਾਰ ਕਮਾਉਣ ਵਾਲੀ ਨੂੰ ਮਾੜਾ ਔਰ ਸ਼ੁਭ ਗੁਣਾਂ ਦੇ ਧਾਰਨੀ ਨੂੰ ਚੰਗਾ ਕਿਹਾ ਜਾ ਰਿਹਾ ਹੈ। ਇੱਥੇ ਇਹ ਨਹੀਂ ਕਿ ਰਾਜਿਆਂ ਦੀਆਂ ਸਾਰੀਆਂ ਰਾਣੀਆਂ ਐਸੀਆਂ ਹੋਣਗੀਆਂ। ਇੱਥੇ ਗੱਲ ਉਹਨਾਂ ਦੀ ਹੈ ਜੋ ਲੋਕ ਧਨ ਦੌਲਤ ਆਦਿਕ ਹੁੰਦਿਆਂ ਵਿਸ਼ੇ ਵਿਕਾਰਾਂ ਦੇ ਅੰਦਰ ਖਚਤ ਨੇ, ਤਾਂ ਉਹ ਮਾੜੇ ਨੇ। ਪਰ ਜੇ ਕੋਈ ਗਰੀਬ ਹੁੰਦਾ ਹੋਇਆ ਸ਼ੁਭ ਗੁਣਾਂ ਦੇ ਨਾਲ ਜੁੜਿਆ ਹੋਇਆ ਹੈ, ਤਾਂ ਉਹਨਾਂ ਵਿਸ਼ੇ ਵਿਕਾਰਾਂ ਵਾਲੇ ਰਾਜਿਆਂ ਮਹਾਰਾਜਿਆਂ ਨਾਲੋਂ ਚੰਗਾ ਹੈ। ਤੇ ਜੇ ਕੋਈ ਰਾਜਾ ਮਹਾਰਾਜਾ ਹੁੰਦਾ ਸ਼ੁਭ ਗੁਣਾਂ ਨਾਲ ਜੁੜਿਆ, ਤੇ ਫਿਰ ਉਹ ਵੀ ਚੰਗਾ ਹੈ। ਗੱਲ ਹੈ ਸ਼ੁਭ ਗੁਣਾਂ ਨਾਲ ਜੁੜਨ ਦੀ, ਗੱਲ ਹੈ ਰੱਬ ਦੀ ਸਿਫਤ ਸਲਾਹ ਕਰਨ ਦੀ, ਗੱਲ ਹੈ ਜੀਵਨ ਜੀਣ ਦੇ ਢੰਗ ਦੀ। ਜਿਨ੍ਹਾਂ ਦੀ ਜ਼ਿੰਦਗੀ ਅੰਦਰ ਸ਼ੁਭ ਗੁਣ ਨੇ, ਜੋ ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀ ਰਹੇ ਨੇ, ਉਹ ਲੋਕ ਮਹਾਨ ਨੇ। ਬੇਸ਼ੱਕ ਉਹ ਗਰੀਬ ਹੋਣ, ਝੌਂਪੜੀ ਵਿੱਚ ਵਸਦੇ ਹੋਣ, ਲੇਕਿਨ ਜਿਹੜੇ ਲੋਕ ਵਿਸ਼ੇ ਵਿਕਾਰਾਂ ਦੇ ਅੰਦਰ ਖਚਤ ਨੇ, ਉਹ ਲੋਕ ਮਾੜੇ ਨੇ। ਬੇਸ਼ੱਕ ਉਹ ਜਿੰਨੇ ਮਰਜ਼ੀ ਅਮੀਰ ਹੋਣ, ਰਾਜੇ ਹੋਣ ਜਾਂ ਬਾਦਸ਼ਾਹ ਹੋਣ। ਇਸ ਲਈ ਸਾਨੂੰ ਗੁਰਬਾਣੀ ਪੜ੍ਹ ਕੇ, ਸੁਣ ਕੇ, ਸਮਝ ਕੇ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ ਚਾਹੀਦੀ ਹੈ, ਜਿਸ ਕਰਕੇ ਸਾਡਾ ਜੀਵਨ ਔਰ ਸੰਸਾਰ ਔਰ ਸਮਾਜ ਸਵਰਗ ਹੋ ਸਕੇ। ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੀ ਜੋ ਵਿਚਾਰਧਾਰਾ ਹੈ, ਦੁਨੀਆ ਦੇ ਹਰ ਮਨੁੱਖ ਤੱਕ ਪਹੁੰਚ ਸਕੇ। ਇਹ ਯਤਨ ਸਾਨੂੰ ਸਾਰੇ ਵੀਰਾਂ ਭੈਣਾਂ ਨੂੰ ਕਰਨਾ ਚਾਹੀਦਾ ਹੈ। ਐਸੀ ਜ਼ਿੰਦਗੀ ਸਾਨੂੰ ਜੀਣੀ ਚਾਹੀਦੀ ਹੈ। ਭਰਮਾਂ, ਵਹਿਮਾਂ, ਅੰਧ ਵਿਸ਼ਵਾਸਾਂ, ਅਗਿਆਨਤਾ, ਹੰਕਾਰ ਆਦਿਕ ਹੋਰ ਦੋਸ਼ਾਂ ਤੋਂ ਬਚਣਾ ਚਾਹੀਦਾ ਹੈ, ਔਰ ਸੱਚ ਦੇ ਰਾਹ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰਨਾ ਚਾਹੀਦਾ ਹੈ। ਹੁਣ ਜਿਨ੍ਹਾਂ ਵੀਰਾਂ ਭੈਣਾਂ ਨੇ ਕੋਈ ਸਵਾਲ ਪੁੱਛਣਾ ਹੈ, ਅੱਜ ਦੀ ਜੋ ਵਿਚਾਰ ਹੈ, ਇਹਨਾਂ ਸ਼ਲੋਕਾਂ ਵਿੱਚੋਂ ਕਿਸੇ ਦਾ ਕੋਈ ਸਵਾਲ ਹੋਵੇ ਤਾਂ ਉਹ ਸਵਾਲ ਕਰ ਸਕਦੇ ਹੋ। ਔਰ ਜੇ ਕਿਸੇ ਵੀਰ ਭੈਣ ਨੇ ਆਪਣੇ ਵਿਚਾਰ ਦੇਣੇ ਨੇ, ਤੇ ਉਹ ਆਪਣੇ ਵਿਚਾਰ ਦੇ ਸਕਦੇ ਹੋ। ਅਨਮਿਊਟ ਹੋ ਜਾਓ, ਬਾਰ-ਬਾਰ ਕਹਿਣਾ ਨਾ ਪਵੇ। ਤੇ ਫੇਸਬੁੱਕ ਤੇ ਜਿਹੜੇ ਮੇਰੇ ਵੀਰ ਔਰ ਭੈਣਾਂ ਸਰਵਣ ਕਰ ਰਹੇ ਨੇ, ਉਹਨਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।